ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਗਿਆਨ ਟੀਵੀ ਵੱਲੋਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿ ਹਰ ਗੁਰਸਿੱਖ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰ ਸਕੇ। ਜਿਨ੍ਹਾਂ ਨੂੰ ਇਹ ਲੱਗਦਾ ਸੀ ਆਪ ਸਹਿਜ ਪਾਠ ਕਰਨਾ ਬਹੁਤ ਔਖਾ ਹੈ, ਉਹਨਾਂ ਲਈ ਬਹੁਤ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਹੋ ਸਕੇ। ਇਹ ਕੰਟੀਨਿਊ ਸੀਰੀਜ਼ ਰੋਜ਼ਾਨਾ ਇੱਕ ਐਪੀਸੋਡ 35-40 ਮਿੰਟ ਦਾ ਅਪਲੋਡ ਕੀਤਾ ਜਾਂਦਾ ਹੈ। ਤੁਸੀਂ ਆਪਣੇ ਗੁਰੂ ਦੇ ਪਿਆਰ ਵਿੱਚ ਬੈਠ ਕੇ ਇਸ ਵੀਡੀਓ ਨੂੰ ਫੋਲੋ ਕਰਨਾ ਹੈ। ਨਾਲੇ ਤੇ ਸਹਿਜ ਪਾਠ ਕਰਦਿਆਂ ਕਰਦਿਆਂ ਗੁਰੂ ਉਪਦੇਸ਼ ਸੋਚ ਸੁਭਾਅ ਵਿੱਚ ਇੰਸਟਾਲ ਹੋਣਗੇ। ਨਾਲੇ ਇੱਕ ਆਨੰਦ ਬਣੇਗਾ, ਇੱਕ ਫਖਰ ਜਾਗੇਗਾ। ਇੱਦਾਂ ਲੱਗੇਗਾ ਗੁਰੂ ਸਾਹਿਬ ਖੁਸ਼ ਹੋ ਰਹੇ ਨੇ। ਬਹੁਤ ਪਰਿਵਾਰਾਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ ਹੈ। ਕੁਝ ਸੰਸਥਾਵਾਂ ਨੇ ਇਸ ਨੂੰ ਖੁਦ ਆਪ ਸਹਿਜ ਪਾਠ ਕਰੋ ਦੀ ਲਹਿਰ ਵਜੋਂ ਪ੍ਰੇਰਨਾ ਦਿੱਤੀ ਹੈ ਤੇ ਕੁਝ ਕੁ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਹੈ। ਸਾਰਿਆਂ ਦਾ ਬਹੁਤ ਧੰਨਵਾਦ। ਆਪਾਂ ਸਾਰਿਆਂ ਨੇ ਪ੍ਰੇਰਿਤ ਕਰਦੇ ਰਹਿਣਾ ਹੈ। ਜਿਨ੍ਹਾਂ ਨੇ ਹਾਲੇ ਤੱਕ ਸਹਿਜ ਪਾਠ ਨਹੀਂ ਸ਼ੁਰੂ ਕੀਤਾ, ਤੁਸੀਂ YouTube ਤੇ ਜਾਣਾ, ਉੱਥੇ ਗੁਰਗਿਆਨ ਟੀਵੀ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਇਸ ਲੋਗੋ ਤੇ ਗੁਰਗਿਆਨ ਟੀਵੀ ਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਵੇ। ਉੱਥੇ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉੱਥੋਂ ਤੁਸੀਂ ਪਿਛਲੇ ਸਾਰੇ ਐਪੀਸੋਡਸ ਸੁਣ ਸਕਦੇ ਹੋ। ਰੋਜ਼ਾਨਾ ਐਪੀਸੋਡ ਅਪਲੋਡ ਹੁੰਦਾ ਹੈ। ਖੁਦ ਆਪ ਸਹਿਜ ਪਾਠ ਕਰੋ ਅਤੇ ਹੋਰਨਾਂ ਨੂੰ ਪ੍ਰੇਰਿਤ ਕਰੋ। ਮਨ ਪੀਰੈ ਸੁਣ ਸ਼ਬਦ ਵਿਚਾਰਾ, ਮਨ ਪੀਰੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਰੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ ਅਰਥਾਂ ਸਮੇਤ ਸਹਿਜ ਪਾਠ ਕਰਨ ਦਾ ਇੱਕ ਚਾਓ, ਜਜ਼ਬਾ, ਪਿਆਰ ਵਾਹਿਗੁਰੂ ਜੀ ਨੇ ਬਖਸ਼ਿਆ। ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 165 ਦੇ ਉੱਪਰ ਅੰਕਿਤ 165 165 ਨੰਬਰ ਅੰਗ ਦੇ ਉੱਪਰ ਅੰਕਿਤ ਗੌੜੀ ਰਾਗ ਦੇ ਸ਼ਬਦ ਹਨ ਅਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਚੱਲ ਰਹੇ ਨੇ। ਗੌੜੀ ਰਾਗ ਦਾ 43ਵਾਂ ਸ਼ਬਦ ਹੈ ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ 5ਵਾਂ ਸ਼ਬਦ ਹੈ। 4-4 ਪਦਿਆਂ ਦੇ ਸ਼ਬਦ ਹਨ। ਗੌੜੀ ਗੁਆਰੇਰੀ ਮਹੱਲਾ ਚੌਥਾ। ਗੌੜੀ ਗੌੜੀ ਚੇਤੀ ਵੀ ਹੈ, ਗੌੜੀ ਬੈਰਾਗਣ ਵੀ ਹੈ, ਗੌੜੀ ਗੁਆਰੇਰੀ ਵੀ ਹੈ। ਇਹ ਵੱਖ-ਵੱਖ ਗੌੜੀ ਦੀਆਂ ਕਿਸਮਾਂ ਨੇ। ਇਸ ਵਿੱਚ ਗਾਉਣ ਦਾ ਇੱਕ ਇਸ਼ਾਰਾ ਹੈ, ਸੰਦੇਸ਼ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ। ਸਤਿਗੁਰ ਸੇਵਾ ਸਫਲ ਹੈ ਬਣੀ। ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਪਾਠ ਸਿੱਖਣ ਦੀ ਭਾਵਨਾ ਨਾਲ ਕਰਾਂਗੇ ਤੇ ਅੰਦਰ ਇੱਕ ਚੇਤਨਾ ਹੁੰਦੀ ਹੈ, ਆਪਣੇ ਆਪ ਨੂੰ ਸੁਚੇਤ ਕੀਤਾ ਜਾਂਦਾ। ਇਹ ਨਹੀਂ ਕਿ ਐਬਸੈਂਟ ਮਾਈਂਡਡ ਹੋ ਕੇ ਪੜ੍ਹੀ ਚੱਲੋ, ਕਿਉਂਕਿ ਅੰਦਰ ਸੁਚੇਤਤਾ ਤਾਂ ਰਹੇਗੀ ਆਲਸ ਤੋਂ, ਐਬਸੈਂਟ ਮਾਈਂਡਡ ਹੋਣ ਤੋਂ, ਡਿਸਟਰੈਕਟਡ ਹੋਣ ਤੋਂ ਤਾਂ ਬਚੇਗਾ ਜੇ ਅੰਦਰ ਇੱਕ ਖਿੱਚ ਹੋਏਗੀ ਕਿ ਮੇਰੇ ਗੁਰੂ ਸਾਹਿਬ ਕਹਿ ਕੀ ਰਹੇ ਨੇ, ਮੈਂ ਜਾਣਨਾ। ਇਸ ਨੇ ਆਪਣੇ ਆਪ ਹੀ ਇਕਾਗਰਤਾ ਬਖਸ਼ ਦੇਣੀ ਹੈ। ਇਹ ਜਿਹੜੀ ਖਿੱਚ ਹੈ ਨਾ, ਇਹਨੇ ਆਪੇ ਹੀ ਉਦਮ ਦੇਣਾ ਹੁੰਦਾ ਹੈ, ਆਲਸ ਨੂੰ ਦੂਰ ਕਰ ਦੇਣਾ। ਤੇ ਫਿਰ ਨੈਚੁਰਲੀ ਹੈ, ਧਿਆਨ ਖਿੰਡਦਾ ਨਹੀਂ ਹੈ। ਮੇਰੇ ਗੁਰੂ ਸਾਹਿਬ ਕਹਿ ਕੀ ਰਹੇ ਨੇ, ਜੋ ਕਹਿ ਰਹੇ ਨੇ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦਾ ਸਤਿਗੁਰ ਸਰੂਪ ਹੈ, ਗੁਰੂ ਦੀ ਆਵਾਜ਼ ਹੈ। ਉਸ ਨੂੰ ਮੰਨਣਾ ਸੇਵਾ ਹੈ, ਸਤਿਗੁਰ ਸੇਵਾ ਦਾ ਫਲ ਹੈ ਬਣੀ। ਜਿਉਂ-ਜਿਉਂ ਮੰਨਾਂਗੇ ਨਾ, ਅੰਦਰ ਗੁਣਾਂ ਦਾ ਫਲ ਲੱਗੇਗਾ, ਚੰਗੀ ਸੋਚ ਆਏਗੀ, ਚੰਗੇ ਵਿਚਾਰ ਆਉਣਗੇ, ਅੰਦਰ ਗੁਣਾਂ ਵਾਲਾ ਜੀਵਨ ਜਿਉਣ ਦੀ ਇੱਕ ਚੇਤਨਾ ਜਾਗੇਗੀ ਤੇ ਮੇਰੇ ਗੁਰੂ ਪਾਤਸ਼ਾਹ ਦੀ ਸੇਵਾ ਫਲ ਸਹਿਤ ਹੈ, ਸਫਲ।
ਇਹ ਜ਼ਿੰਦਗੀ 'ਚ ਪ੍ਰੈਕਟੀਕਲ ਵਰਤਾਰਾ ਵਰਤਦਾ ਹੈ। ਜਦੋਂ ਗੁਰੂ ਦੇ ਉਪਦੇਸ਼ਾਂ ਨੂੰ ਗੁਰੂ ਕਾ ਗੁਰਸਿੱਖ ਸੋਚ ਸੁਭਾਅ ਦੇ ਲੈਵਲ 'ਤੇ ਮੰਨਦਾ ਹੈ, ਫਿਰ ਵਾਹਿਗੁਰੂ ਜੀ ਨਾਲ ਪਿਆਰ ਬਣਦਾ ਹੈ। ਵਾਹਿਗੁਰੂ ਜੀ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਹਰ ਥਾਂ 'ਤੇ ਗੁਰਸਿੱਖ ਮਹਿਸੂਸ ਕਰਦੇ ਨੇ। ਵਾਹਿਗੁਰੂ ਜੀ ਨੂੰ ਉਹਦੇ ਨਿਜ਼ਮ ਦੇ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ, ਸ਼ਕਤੀਆਂ ਦੇ ਰੂਪ ਵਿੱਚ ਉਹ ਜਿੰਨਾ ਗਹਿਰਾ ਮਹਿਸੂਸ ਹੋਏਗਾ, ਇਸ ਨੂੰ ਹਰ ਮਿਲਾਪ ਕਿਹਾ। ਇਹ ਹਰੀ ਦੇ ਦੀਦਾਰ ਨੇ। ਜਿਤ ਮਿਲ ਹਰ ਨਾਮ ਧਿਆਇਆ, ਜਿਤ ਮਿਲ ਹਰ ਨਾਮ ਧਿਆਇਆ, ਹਰ ਧਣੀ। ਵਾਹਿਗੁਰੂ ਜੀ ਧਣੀ ਨੇ, ਮਾਲਕ ਨੇ, ਬਖਸ਼ਿਸ਼ਾਂ ਦੇਣ ਵਾਲੇ ਨੇ। ਤੇ ਸਤਿਗੁਰ ਸਰੂਪ ਦੇ ਮਿਲਾਪ ਨਾਲ ਹਰੀ ਨੂੰ ਧਿਆਉਣਾ ਆ ਗਿਆ। ਕੁਝ ਸ਼ਬਦ ਨੇ, ਉਹਨਾਂ ਨੂੰ ਜ਼ਰੂਰ ਸਮਝਿਓ। ਜਿੱਥੇ ਯਾਦ ਕਰਨਾ ਹੁੰਦਾ ਹੈ, ਸਿਮਰਨ ਕਰਨਾ ਹੁੰਦਾ ਹੈ, ਚੇਤਨਾ ਹੁੰਦਾ ਹੈ, ਉਹਦਾ ਸੰਬੰਧ ਸਾਡੀ ਚੇਤਾ ਸ਼ਕਤੀ ਨਾਲ ਹੁੰਦਾ, ਸਾਡੀ ਮੈਮਰੀ ਪਾਵਰ ਨਾਲ ਹੁੰਦਾ। ਤੇ ਇਹ ਯਾਦਾਸ਼ਤ ਦੀ ਪ੍ਰਕਿਰਿਆ ਹੁੰਦੀ ਹੈ। ਜਿੱਥੇ ਧਿਆਉਣਾ ਹੈ, ਇਹਦਾ ਸੰਬੰਧ ਫੋਕਸ ਨਾਲ ਹੁੰਦਾ ਹੈ, ਧਿਆਨ ਦੇਣਾ। ਇੱਕ ਛੋਟੀ ਜਿਹੀ ਉਦਾਹਰਨ ਦੇਵਾਂ, ਤੁਸੀਂ ਗੱਡੀ ਡਰਾਈਵ ਕਰਦੇ ਹੋ, ਸਾਹਮਣੇ ਬੋਰਡ ਤੇ ਕੁਝ ਲਿਖਿਆ ਹੋਇਆ, ਉਹਨਾਂ ਅੱਖਰਾਂ ਦੇ ਵਿੱਚ ਕੋਈ ਸੰਦੇਸ਼ ਹੈ, ਕੋਈ ਉਪਦੇਸ਼ ਹੈ ਉਸ ਬੋਰਡ ਦੇ ਉੱਪਰ। ਉਹ ਜੋ ਸੰਦੇਸ਼ ਹੈ, ਉਹ ਜੋ ਉਪਦੇਸ਼ ਹੈ, ਉਹ ਕੌਨਸਟੀਟਿਊਸ਼ਨ ਦੀ ਆਵਾਜ਼ ਹੈ। ਤੂੰ ਕਰਨਾ ਕੀ ਹੈ? ਉਹ ਸਾਈਨ ਤੈਨੂੰ ਦੱਸ ਦੇਗਾ ਕਿ ਤੂੰ ਰਾਈਟ ਟਰਨ ਇੱਥੇ ਨਹੀਂ ਲੈਣਾ, ਇੱਥੇ ਸਪੀਡ ਇੰਨੀ ਸਪੀਡ ਤੋਂ ਓਵਰ ਨਹੀਂ ਕਰਨੀ। ਧਿਆਨ ਦੇਗਾ ਨਾ, ਤਦ ਹੀ ਤਾਂ ਮੰਨੇਗਾ। ਉਹ ਧਿਆਨ ਦੇਣਾ, ਉਹ ਬੋਰਡ ਨੂੰ ਧਿਆਉਣਾ ਹੁੰਦਾ ਹੈ। ਆਖੋ ਵਾਹਿਗੁਰੂ। ਪਰ ਜੇ ਕੋਈ ਕਹੇ ਕਿ ਉਹਨੂੰ ਪੁਲਿਸ ਵਾਲਾ ਕਹੇ ਤੂੰ ਰਾਈਟ ਟਰਨ ਕਿਉਂ ਮੋੜ ਲਿਆ, ਉਹ ਕਹਿੰਦਾ ਤੁਸੀਂ ਕਿਹਾ ਸੀ ਬੋਰਡ ਵੱਲ ਧਿਆਨ ਰੱਖਣਾ ਹੈ, ਮੇਰੇ ਸਿਖਾਉਣ ਵਾਲੇ ਨੇ ਕਿਹਾ ਧਿਆਨ ਰੱਖਣਾ, ਤੇ ਮੈਂ ਬੋਰਡ ਵੱਲ ਧਿਆਨ ਕੀਤਾ ਸੀ, ਫਿਰ ਕੀ ਹੋ ਗਿਆ? ਮੈਂ ਧਿਆਇਆ ਉਸ ਨੂੰ। ਤਾਂ ਉਹ ਕਹੇਗਾ ਉਹ ਧਿਆਨ ਦਿੱਤਾ ਕੋਈ ਮਾਇਨੇ ਨਹੀਂ ਰੱਖਦਾ ਜੇ ਮੰਨਿਆ ਨਹੀਂ। ਆਖੋ ਵਾਹਿਗੁਰੂ। ਸਮਝ ਗਏ ਨਾ? ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ, ਧਿਆਨ ਰੱਖਣਾ ਵਾਹਿਗੁਰੂ ਜੀ ਮੇਰੇ ਅੰਗ ਸੰਗ ਨੇ। ਧਿਆਨ ਰੱਖਣਾ ਇਹ ਗੁਣ ਵਾਹਿਗੁਰੂ ਜੀ ਦੇ ਨੇ ਜੋ ਵਰਤ ਰਹੇ ਹਾਂ, ਦਾਤਾਂ ਵਾਹਿਗੁਰੂ ਜੀ ਦੀਆਂ ਨੇ। ਉਹ ਜਦੋਂ ਅਸੀਂ ਧਿਆਨ ਰੱਖਦੇ ਹਾਂ ਨਾ, ਧਿਆਨ ਕਰਦੇ ਹਾਂ, ਅੰਦਰ ਕੋਈ ਅਹਿਸਾਸ ਜਾਗਦਾ, ਕੋਈ ਵਿਸ਼ਵਾਸ ਜਾਗਦਾ। ਉਹ ਹਰ ਪਲ ਦੀ ਪ੍ਰਕਿਰਿਆ ਹੈ, ਹਰ ਸਮੇਂ ਦੀ ਪ੍ਰਕਿਰਿਆ ਹੈ। ਉਹ ਆਟੋਮੈਟਿਕਲੀ ਧਿਆਉਣਾ ਹੈ। ਜਿਨ ਹਰ ਜਪਿਆ ਤਿਨ ਪਿਛੈ ਛੁਟੀ ਘਣੀ, ਜਿਨ੍ਹਾਂ ਨੇ ਹਰੀ ਨੂੰ ਜਪਿਆ, ਰੱਬ ਨੂੰ ਸਮਰਪਿਤ ਹੋ ਕੇ ਜੀਵਨ ਜਿਉਇਆ, ਰੱਬੀ ਉਪਦੇਸ਼ ਅਨੁਸਾਰ ਸੋਚ ਤੇ ਸੁਭਾਅ ਨੂੰ ਢਾਲ ਕੇ ਜੀਵਨ ਜਿਉਇਆ, ਪ੍ਰੈਕਟੀਕਲ ਜਿਨ੍ਹਾਂ ਦਾ ਜੀਵਨ ਰੱਬ ਨੂੰ ਜਪਣਾ ਬਣ ਗਿਆ। ਤਿਨ ਪਿਛੈ ਛੁਟੀ ਘਣੀ, ਬਹੁਤ ਸਾਰੀ ਦੁਨੀਆ ਉਹਨਾਂ ਦੇ ਬੋਲਾਂ ਨੂੰ ਸੁਣ ਕੇ, ਉਹਨਾਂ ਦੀ ਪ੍ਰੇਰਣਾ ਨੂੰ ਸੁਣ ਕੇ, ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੇ ਕਰਮ, ਬੋਲ, ਜੀਵਨ ਤੋਂ ਪ੍ਰੇਰਣਾ ਲੈ ਕੇ ਕੁਸੰਗ ਤੋਂ ਬਚ ਗਏ, ਨਸ਼ਿਆਂ ਤੋਂ ਬਚ ਗਏ, ਕੁਸੰਗੀ ਪ੍ਰਵਿਰਤੀਆਂ, ਪਸ਼ੂ ਪ੍ਰਵਿਰਤੀਆਂ ਤੋਂ ਉਹਨਾਂ ਦਾ ਖਹਿੜਾ ਛੁੱਟ ਗਿਆ। ਤਿਨ ਪਿਛੈ ਛੁਟੀ ਘਣੀ। ਅਗਰ ਕੋਈ ਨਸ਼ਾ ਕਰਦਾ ਸੀ, ਫਿਰ ਉਹਨੇ ਨਸ਼ਾ ਛੱਡ ਦਿੱਤਾ। ਕਦੀ ਕਦਾਈ ਐਸਾ ਵੀ ਹੁੰਦਾ, ਨਸ਼ਾ ਛੱਡ ਕੇ ਅੰਮ੍ਰਿਤ ਛਕ ਲਿਆ, ਤਾਂ ਕਿਸੇ ਤੋਂ ਤਾਂ ਤੁਸੀਂ ਪ੍ਰੇਰਿਤ ਹੋਏ ਸੀ। ਉਹ ਪ੍ਰੇਰਣਾ ਕਿਸੇ ਸਰੋਤ ਰਾਹੀਂ ਆਈ ਸੀ। ਇਹ ਰੱਬ ਦਾ ਖੇਲ ਹੈ। ਉਹ ਰੱਬ ਆਪ ਪ੍ਰੇਰਣਾ ਬਣ ਕੇ ਆਇਆ ਸੀ। ਜਿਸ ਰਾਹੀਂ ਆਇਆ ਸੀ, ਉਹਦਾ ਵੀ ਇੱਕ ਰੋਲ ਹੈ। ਆਖੋ ਇਸ ਤਰ੍ਹਾਂ ਗੁਰੂ ਕੇ ਗੁਰਸਿੱਖ ਰੱਬੀ ਧਿਆਨ ਵਿੱਚ ਗੁਰੂ ਸਾਹਿਬ ਜੀ ਦੀ ਆਵਾਜ਼, ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਮਰਪਿਤ ਹੋ ਕੇ ਜੀਵਨ ਜਿਉਂਦੇ ਨੇ। ਉਹਨਾਂ ਦੇ ਜੀਵਨ
ਉਹਨਾਂ ਦੀ ਪ੍ਰੇਰਣਾ ਬੋਲ ਸਾਨੂੰ ਪ੍ਰੇਰਿਤ ਕਰਦੇ ਨੇ ਤੇ ਕੁਸੰਗ ਵਾਲੇ ਪਾਸੇ ਤੋਂ ਇਹ ਮੱਤ ਫਿਰ ਛੁੱਟ ਜਾਂਦੀ ਹੈ, ਚੰਗੇ ਮਾਰਗ ਤੇ ਤੁਰ ਪੈਂਦੀ ਹੈ। ਇਸ ਲਈ ਰਹਾਉ ਪਦਾ ਅੱਗੇ ਆ ਰਿਹਾ, ਉਸ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਐ ਗੁਰਸਿੱਖੋ, ਐ ਮੇਰੇ ਭਰਾਵੋ, ਹਰੀ ਬੋਲੋ। ਹਰੀ ਬੋਲੋ ਕੀ ਹੋਇਆ? ਹਰ ਬੋਲੋ ਦੇ ਅਰਥ ਹੈ ਰੱਬੀ ਮਾਰਗ ਦੇ ਜੀਵਨ ਦੀਆਂ ਵਿਚਾਰਾਂ ਕਰੋ, ਰੱਬੀ ਮਾਰਗ ਦੀ ਗੱਲ ਕਰੋ, ਜਿਹਦੇ ਅੰਦਰ ਭੁੱਖ ਨਹੀਂ ਹੋਏਗੀ। ਤੁਸੀਂ ਦੇਖਿਆ ਹੋਵੇਗਾ, ਦੋ ਮਨੁੱਖ ਮਿਲਦੇ ਨੇ, ਇੱਕ ਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ, ਗੁਰੂ ਨੂੰ ਸਮਰਪਿਤ ਜੀਵਨ ਜਿਉਣ ਵਾਲਾ, ਇੱਕ ਦੁਨੀਆ ਦੇ ਰੰਗ ਵਿੱਚ ਰੰਗਿਆ ਹੋਇਆ। ਹੁਣ ਦੁਨੀਆ ਦੇ ਰੰਗ ਵਿੱਚ ਰੰਗਿਆ ਹੋਇਆ ਦੁਨੀਆ ਦੀਆਂ ਗੱਲਾਂ ਕਰ ਲਏਗਾ, ਗੁਰੂ ਦੀ ਗੱਲ ਨਹੀਂ ਪੁੱਛੇਗਾ। ਅਗਰ ਉਹ ਗੁਰੂ ਦੀ ਗੱਲ ਚਲਾਉਣੀ ਚਾਹੇਗਾ, ਸਿੱਖੀ ਦੀ ਗੱਲ ਕਰੇਗਾ, ਗੁਰਮਤ ਦੀ ਗੱਲ ਕਰੇਗਾ, ਤਾਂ ਉਸ ਨੂੰ ਕੌੜੀ ਲੱਗੇਗੀ। ਇਹਦਾ ਮਤਲਬ ਆਪਣੇ ਅੰਦਰ ਇੱਕ ਚਾਉ ਪੈਦਾ ਕਰੋ ਕਿ ਜਿੱਥੇ ਬੈਠੀਏ ਉੱਥੇ ਰੱਬੀ ਮਾਰਗ ਦੀ, ਗੁਰਮਤ ਦੇ ਵਾਲੇ ਜੀਵਨ ਦੀ, ਗੁਰਮਤ ਸਿਧਾਂਤਾਂ ਦੀ, ਗੁਰਮਤ ਚੇਤਨਾ ਦੀ ਗੱਲ ਹੋਵੇ। ਇਸ ਲਈ ਐ ਗੁਰਸਿੱਖੋ, ਰੱਬੀ ਮਾਰਗ ਦੀ ਗੱਲ ਕਰੋ, ਰੱਬੀ ਮਾਰਗ ਦੀਆਂ ਵਿਚਾਰਾਂ ਕਰੋ, ਡਿਸਕਸ਼ਨ ਕਰੋ, ਕੰਸਟਰਕਟਿਵ ਡਿਸਕਸ਼ਨ ਹੋਵੇ, ਪੋਜ਼ਿਟਿਵ ਡਿਸਕਸ਼ਨ ਹੋਵੇ। ਹਰ ਬੋਲਤ ਸਭ ਪਾਪ ਲਹਿ ਜਾਈ, ਰਹਾਓ ਸ਼ਬਦ ਦਾ ਸੈਂਟਰਲ ਆਈਡੀਆ ਹੈ। ਜਦੋਂ ਰੱਬੀ ਮਾਰਗ ਦੀ ਗੱਲ ਕਰਾਂਗੇ, ਵਿਚਾਰ ਕਰਾਂਗੇ, ਉਹਦਾ ਪ੍ਰਭਾਵ ਵਿਚਾਰ ਕਰਨ ਵਾਲੇ ਦੇ ਮਨ ਤੇ ਵੀ ਪੈਂਦਾ ਹੈ, ਸੁਣਨ ਵਾਲੇ ਦੇ ਮਨ ਤੇ ਵੀ ਪੈਂਦਾ ਹੈ। ਮਨ ਤੇ ਮਤ ਦੀ ਜਿਹੜੀ ਪਾਪ ਪ੍ਰਵਿਰਤੀ ਹੈ ਨਾ, ਕੁਸੰਗ ਵਾਲੇ ਪਾਸੇ ਸੋਚਣ ਦੀ, ਵਿਚਾਰਨ ਦੀ, ਉਹ ਪਾਪ ਪ੍ਰਵਿਰਤੀ ਲੈ ਜਾਂਦੀ ਹੈ। ਆਖੋ ਵਾਹਿਗੁਰੂ। ਹਰ ਬੋਲਤ ਸਭ ਪਾਪ ਲਹਿ ਜਾਈ, ਰਹਾਓ ਜਬ ਗੁਰ ਮਿਲਿਆ ਤਬ ਮਨ ਵਾਸੇ ਆਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਮਿਲਦੇ ਹਾਂ, ਗੁਰਬਾਣੀ ਨਾਲ ਤਾਂ ਮਿਲਾਪ ਉਦੋਂ ਵੀ ਹੋ ਜਾਂਦਾ ਹੈ ਜਦੋਂ ਗੁਰਬਾਣੀ ਦਾ ਨਿਤਨੇਮ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਹੁਕਮਨਾਮਾ ਸੁਣਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਸਤਸੰਗਤ ਵਿੱਚ ਬੈਠਦੇ ਹਾਂ ਜਾਂ ਤਾਬਿਆ ਬੈਠਦੇ ਹਾਂ। ਗੁਰੂ ਨਾਲ ਮਿਲਾਪ ਤਾਂ ਉਸ ਵੇਲੇ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਪਾਤਸ਼ਾਹ ਦੇ ਉਪਦੇਸ਼ ਨੇ ਲੱਭਾ ਲੱਭ ਭਰੇ ਪਏ। ਹਰ ਪੰਕਤੀ ਅੰਦਰ, ਹਰ ਸ਼ਬਦ ਦੇ ਅੰਦਰ ਕੋਈ ਨਾ ਕੋਈ ਉਪਦੇਸ਼ ਹੈ। ਉਹ ਮੇਰੇ ਗੁਰੂ ਪਾਤਸ਼ਾਹ ਦਾ ਸ਼ਬਦ ਸਰੂਪ ਹੈ। ਤਿੰਨ ਸਰੂਪ ਮੰਨੇ ਨੇ, ਨਿਰਗੁਣ, ਸਰਗੁਣ, ਸ਼ਬਦ ਰੂਪ। ਹਰ ਇੱਕ ਦੇ ਹੁੰਦੇ ਨੇ, ਹਰ ਮਨੁੱਖ ਦੇ ਤਿੰਨ ਰੂਪ ਹੁੰਦੇ ਨੇ। ਇੱਕੋ ਬਾਹਰੋਂ ਕੀ ਦਿਖਾਈ ਦੇ ਰਿਹਾ, ਉਹ ਮਾਂ ਹੈ, ਬਾਪ ਹੈ, ਦਿਖਾਈ ਦੇ ਰਹੇ ਨੇ। ਉਹਦੇ ਸਰੀਰ ਨੂੰ ਅਸੀਂ ਕਹਿੰਦੇ ਹਾਂ ਮੇਰੀ ਮਾਂ ਹੈ, ਉਹਦੇ ਬਾਪ ਨੂੰ ਅਸੀਂ ਕਹਿੰਦੇ ਹਾਂ ਮੇਰਾ ਪਿਤਾ ਹੈ। ਕਦੀ ਕਦਾਈ ਉਹਨਾਂ ਵਰਗੇ ਕੱਪੜੇ ਕਿਸੇ ਦੇ ਪਾਏ ਹੁੰਦੇ, ਭੁਲੇਖਾ ਲੱਗਦਾ ਉਹ ਮੈਂ ਸੋਚਿਆ ਕਿਤੇ ਬਾਪੂ ਹੈ, ਮੈਂ ਸੋਚਿਆ ਕਿਤੇ ਬੇਬੇ ਹੈ। ਉਹ ਤਾਂ ਸਰੀਰ ਹੈ, ਸਰਗੁਣ ਸਰੂਪ ਹੈ। ਫਿਰ ਉਹਨਾਂ ਦੇ ਉਪਦੇਸ਼ ਨੇ, ਉਹ ਉਹਨਾਂ ਦਾ ਸ਼ਬਦ ਸਰੂਪ ਹੁੰਦਾ ਹੈ। ਫਿਰ ਉਹਨਾਂ ਦੀ ਅੰਦਰ ਭਾਵਨਾ ਹੁੰਦੀ ਹੈ, ਉਹ ਚਾਹੁੰਦੇ ਨੇ ਤੁਹਾਡੇ ਤੋਂ ਕੁਝ। ਉਹਨਾਂ ਦੀ ਹਰ ਗੱਲ ਵਿੱਚ ਉਹਨਾਂ ਦੀ ਕੋਈ ਆਵਾਜ਼ ਹੈ, ਕੁਝ ਕਹਿਣਾ ਚਾਹੁੰਦੇ ਨੇ, ਤੁਹਾਡੇ ਤੋਂ ਕੁਝ ਇੱਛਾਵਾਂ ਰੱਖਦੇ ਨੇ। ਉਹ ਨਿਰਗੁਣ ਸਰੂਪ ਹੁੰਦਾ ਹੈ, ਹਰ ਇੱਕ ਦਾ ਹੁੰਦਾ ਹੈ। ਬ੍ਰਿਕਸ਼ ਹੈ, ਬ੍ਰਿਕਸ਼ ਦਾ ਰੂਪ ਦਿਖਾਈ ਦੇ ਰਿਹਾ ਹੈ, ਵੱਡਾ ਹੈ, ਫੈਲਿਆ ਹੈ, ਜ਼ਿਆਦਾ ਹੈ, ਹਰਾ ਹੈ, ਪੱਤੇ ਸੁੱਕੇ ਨੇ, ਟਾਹਣੀਆਂ ਛੋਟੀਆਂ ਵੱਡੀਆਂ। ਇਹ ਵਿਜ਼ੀਬਲ ਰੂਪ ਹੈ, ਸਰਗੁਣ ਸਰੂਪ ਹੈ। ਫਿਰ ਉਸ ਬ੍ਰਿਕਸ਼ ਦੇ ਗੁਣ ਨੇ, ਫਲ ਬਣ ਰਿਹਾ ਹੈ, ਛਾਂ ਬਣ ਰਿਹਾ ਹੈ, ਕੋਈ ਉਹਦੇ ਬੱਟੇ ਮਾਰਦਾ ਉਹਨੂੰ ਵੀ ਬਣ ਰਿਹਾ ਹੈ। ਇਹਦਾ ਮਤਲਬ ਉਹਦਾ ਉਪਦੇਸ਼ ਰੂਪ ਵੀ ਹੈ, ਉਪਦੇਸ਼ ਵੀ ਦੇ ਰਿਹਾ। ਬ੍ਰਿਕਸ਼ ਦੀ ਵੀ ਕੋਈ ਭਾਵਨਾ ਹੈ, ਜੋ ਮੇਰੇ ਕੋਲ ਆਇਆ ਇਹਨੂੰ ਛਾਂ ਵੰਡੀ ਹੈ, ਇਹ ਵੀ ਪਰਉਪਕਾਰ ਕਰੇ। ਇੱਦਾਂ ਮੇਰੇ ਗੁਰੂ ਪਾਤਸ਼ਾਹ ਦੀ ਵੀ ਕੋਈ ਭਾਵਨਾ ਹੈ। ਗੁਰੂ ਪਾਤਸ਼ਾਹ ਦੇ ਉਪਦੇਸ਼ ਨੇ, ਉਹਨਾਂ ਉਪਦੇਸ਼ਾਂ ਨੂੰ ਸਮਝਣ ਵਾਸਤੇ ਸ਼ਬਦਾਂ ਦੇ ਅਰਥ ਵੀ ਸਿੱਖਣੇ ਨੇ, ਗੁਰਬਾਣੀ ਗ੍ਰਾਮਰ ਵੀ ਸਿੱਖਣੀ ਹੈ।
ਗੁਰੂ ਗ੍ਰੰਥ ਸਾਹਿਬ ਅੰਦਰ ਕਹਾਵਤਾਂ ਕਿਵੇਂ ਵਰਤੀਆਂ ਜਾਂਦੀਆਂ ਨੇ, ਉਹ ਵੀ ਸਮਝਣਾ ਹੈ। ਉਹਨਾਂ ਕਹਾਵਤਾਂ ਵਿੱਚ ਰਮਜ਼ਾਂ ਕਿਵੇਂ ਹੁੰਦੀਆਂ ਨੇ, ਉਹ ਵੀ ਸਮਝਣਾ ਹੈ। ਗੁਰੂ ਸਾਹਿਬ ਦਾ, ਭੱਟਾਂ ਦਾ, ਭਗਤਾਂ ਦਾ ਗੱਲ ਕਹਿਣ ਦਾ ਅੰਦਾਜ਼ ਕੀ ਹੈ, ਉਸ ਨੂੰ ਵੀ ਸਮਝਣਾ ਹੈ। ਇਹਨੂੰ ਸਿੱਖ ਕੇ ਜ਼ਿੰਦਗੀ 'ਚ ਜਿਉਣਾ ਹੈ। ਇਹਨੂੰ ਸੰਥਿਆ ਕਹਿੰਦੇ ਨੇ। ਜੋ ਅਰਥਾਂ ਸਮੇਤ ਸਹਿਜ ਪਾਠ ਹੈ, ਤੁੱਛ ਜੀ ਬੁੱਧੀ ਅਨੁਸਾਰ ਗੁਰੂ ਦਾ ਖਜ਼ਾਨਾ ਲੈ ਕੇ ਇਸ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ ਹਾਂ। ਤੁਹਾਡੇ ਪਰਿਵਾਰ ਨੂੰ, ਤੁਹਾਡੇ ਬੱਚਿਆਂ ਨੂੰ ਵੰਡਣ ਦਾ ਯਤਨ ਕਰਦਾ ਹਾਂ। ਭਾਵੇਂ ਤੁਸੀਂ ਮੈਨੂੰ ਦਿਖਾਈ ਨਹੀਂ ਦੇ ਰਹੇ, ਪਰ ਮੇਰਾ ਇਹ ਯਤਨ ਤੁਹਾਡੇ ਤੱਕ ਪਹੁੰਚ ਰਿਹਾ ਹੈ। ਸੇਵਾ ਭਾਵਨਾ ਕਰਕੇ ਇਹ ਸ਼ੁਰੂਆਤ ਕੀਤੀ ਗਈ ਹੈ। ਤਾਂ ਇਹ ਇੱਕ ਤਰ੍ਹਾਂ ਦੀ ਸੰਥਿਆ ਵੀ ਹੈ, ਇੱਕ ਤਰ੍ਹਾਂ ਦਾ ਅਰਥਾਂ ਸਮੇਤ ਸਹਿਜ ਪਾਠ ਵੀ ਹੈ। ਇਹਦੇ ਨਾਲ ਸ਼ਬਦਾਂ ਦੇ ਅਰਥਾਂ ਦੀ ਸੋਝੀ ਵੀ ਆ ਰਹੀ ਹੈ। ਇਹਦੇ ਨਾਲ ਰਮਜ਼ਾਂ ਵੀ ਸਮਝ ਲੱਗਦੀਆਂ ਨੇ, ਕਹਾਵਤਾਂ ਦਾ ਵੀ ਪਤਾ ਲੱਗਦਾ ਹੈ। ਸ਼ੁਕਰ ਵਾਹਿਗੁਰੂ ਦਾ। ਤਾਂ ਜਦੋਂ ਅਸੀਂ ਇਹ ਸਿੱਖਾਂਗੇ, ਫਿਰ ਪਤਾ ਲੱਗਦਾ ਮੇਰੇ ਗੁਰੂ ਦਾ ਗੁਰ ਸਰੂਪ, ਸ਼ਬਦ ਸਰੂਪ ਉਪਦੇਸ਼ ਹੈ। ਉਹਦਾ ਮਿਲਾਪ ਕੀ ਹੈ? ਮਨ ਨੂੰ ਉਪਦੇਸ਼ ਚੰਗਾ ਲੱਗਣਾ ਮਿਲਾਪ ਦਾ ਇੱਕ ਹਿੱਸਾ ਹੈ। ਮਨ ਮੰਨਣ ਤੁਰਨ ਪਵੇ, ਇਹ ਦੂਸਰਾ ਹਿੱਸਾ ਹੈ। ਮਨ ਉਸ ਉਪਦੇਸ਼ ਵਿੱਚ ਸਮਾ ਹੀ ਜਾਵੇ, ਉਸੇ ਤਰ੍ਹਾਂ ਪ੍ਰੈਕਟੀਕਲ ਜਿਉਣਾ ਹੀ ਇੱਕ ਜ਼ਿੰਦਗੀ ਬਣ ਜਾਵੇ। ਇਹ ਗੂੜਾ ਮਿਲਾਪ ਹੈ। ਇਸ ਨੂੰ ਕਿਹਾ ਜਬ ਗੁਰ ਮਿਲਿਆ। ਜਦੋਂ ਗੁਰ ਸਰੂਪ ਦਾ ਮਿਲਾਪ ਹੋਇਆ, ਅਬ ਮਨ ਵਸ ਆਇਆ। ਫਿਰ ਮਨ ਨੂੰ ਦੂਸਰਾ ਪਾਸਾ ਚੰਗਾ ਨਹੀਂ ਲੱਗਦਾ। ਮਨ ਫਿਰ ਗੁਰਮੁਖਤਾਈ ਦੇ ਮਾਰਗ ਤੇ ਹੀ ਤੁਰਦਾ ਹੈ। ਧਾਵਤ ਪੰਚ ਰਹੇ ਹਰ ਧਿਆਇਆ। ਫਿਰ ਧਿਆਨ ਰੱਬ ਵੱਲ ਰਹਿੰਦਾ ਹੈ। ਰੱਬ ਦਾ ਪੈ, ਰੱਬ ਦੀ ਯਾਦ, ਸ਼ੁਕਰਾਨਾ ਅੰਦਰ ਬਣਿਆ ਰਹਿੰਦਾ। ਅੰਦਰ ਇੱਕ ਭਾਵਨਾ ਹੁੰਦੀ ਹੈ, ਰੱਬ ਦੇ ਗੁਣਾਂ ਵਾਲਾ ਜੀਵਨ ਜਿਉਣਾ। ਫਿਰ ਉਹ ਜਿਹੜੇ 5 ਵਿਕਾਰ ਨੇ ਨਾ, ਉਹਨਾਂ ਵੱਲ ਜਿਹੜਾ ਮਨ ਭੱਜਦਾ ਸੀ, ਜਿਹੜੀ ਖਿੱਚ ਸੀ, ਉਹ ਹਟ ਜਾਂਦੀ ਹੈ। ਧਾਵਤ ਪੰਚ ਰਹੇ ਹਰ ਧਿਆਇਆ। ਇੱਦਾਂ ਪ੍ਰੈਕਟੀਕਲ ਰੂਪ ਵਿੱਚ ਹਰ ਵੇਲੇ ਧਿਆਉਣਾ ਹੈ। ਇੱਥੇ ਮੈਂ ਬੇਨਤੀ ਕਰਾਂ, ਅਗਰ ਕੋਈ ਸਵੇਰ ਵੇਲੇ ਬੰਦਗੀ ਕਰ ਰਿਹਾ ਹੈ, ਉਹਨੂੰ ਉਹ ਜਪਣਾ ਕਹਿ ਰਿਹਾ, ਉਹਨੂੰ ਉਹ ਸਿਮਰਨਾ ਕਹਿ ਰਿਹਾ, ਜਿਸ ਤਰ੍ਹਾਂ ਮਰਜ਼ੀ ਕਰ ਰਿਹਾ, ਉਹ ਇੱਕ ਪ੍ਰੈਕਟਿਸ ਹੈ, ਅਭਿਆਸ ਹੈ। ਦਿਨ ਵੇਲੇ ਜਿਉਣਾ ਹੈ। ਦਿਨ ਵੇਲੇ ਜਿਉਣਾ ਅਸਲੀ ਧਿਆਉਣਾ ਹੈ। ਜਿਵੇਂ ਐਗਜ਼ਾਮ ਵਿੱਚ ਜਾਣ ਤੋਂ ਪਹਿਲਾਂ ਇੱਕ ਅਭਿਆਸ ਹੁੰਦਾ ਹੈ, ਮੈਂਟਲੀ ਪ੍ਰਿਪੇਰੇਸ਼ਨ ਹੁੰਦੀ ਹੈ, ਸਾਈਕੋਲੋਜੀਕਲੀ ਪ੍ਰਿਪੇਅਰਡ ਹੋ ਰਿਹਾ ਹੁੰਦਾ ਹੈ। ਅਸਲੀ ਐਗਜ਼ਾਮ ਦੇ ਵਿੱਚ ਪਤਾ ਲੱਗਦਾ ਹੈ ਕਿੰਨਾ ਕੁ ਯਾਦ ਆ ਗਿਆ, ਕਿੰਨਾ ਕੁ ਸਮਝ ਗਿਆ ਸੀ। ਇਸੇ ਤਰ੍ਹਾਂ ਜ਼ਿੰਦਗੀ ਜਿਉਂਦਿਆਂ ਫਿਰ ਰੱਬ ਨੂੰ ਧਿਆਉਣਾ, ਗੁਰੂ ਦੇ ਉਪਦੇਸ਼ ਮੰਨਣਾ, ਗੁਰਮੁਖ ਸੁਭਾਅ, ਗੁਰਮਤਿ ਵਾਲੀ ਸੋਚ, ਪ੍ਰੈਕਟੀਕਲ ਜਿਉਣਾ ਆ ਜਾਂਦਾ। ਆਨੰਦਨ ਨਗਰੀ ਹਰ ਗੁਣ ਗਾਇਆ। ਦਿਨ ਰਾਤ ਨਗਰੀ, ਇਹ ਸਰੀਰ ਦੇ ਅੰਦਰ ਜੋ ਸੁਭਾਅ ਹੈ, ਉਹ ਸਾਡਾ ਨਗਰ ਹੈ। ਮਨ ਉਸ ਸੁਭਾਅ ਵਿੱਚ ਰਹਿੰਦਾ ਹੈ। ਉਹ ਜਿਹੜਾ ਸੁਭਾਅ ਰੂਪੀ ਨਗਰ ਹੈ, ਉਹਦੇ 'ਚ ਰੱਬ ਦੇ ਗੁਣ ਆ ਜਾਂਦੇ ਨੇ, ਗੁਰੂ ਦੀਆਂ ਸਿੱਖਿਆਵਾਂ ਦੀ ਸੋਝੀ ਆ ਜਾਂਦੀ ਹੈ। ਇਹ ਸੁਭਾਅ ਗੁਰਮੁਖ ਬਣ ਜਾਂਦਾ ਹੈ। ਫਿਰ ਇਹਨੂੰ ਆਨੰਦਨ ਨਗਰੀ ਹਰ ਗੁਣ ਗਾਇਆ, ਆਪਣੇ ਸੁਭਾਅ ਵਿੱਚੋਂ, ਆਪਣੀ ਸੋਚ ਰਾਹੀਂ ਦਿਨ ਰਾਤ ਗੁਰਮਤਿ ਅਨੁਸਾਰ ਹਰ ਵੇਲੇ ਗੁਣ ਗਾਉਣਾ ਆ ਜਾਂਦਾ ਹੈ। ਗੁਣਾਂ ਵਾਲਾ ਜੀਵਨ ਜਿਉਣਾ, ਸ਼ੁਕਰਾਨਾ। ਗੁਣਾਂ ਨਾਲ ਪਰਉਪਕਾਰ ਕਰਨਾ, ਸ਼ੁਕਰ। ਗੁਣਾਂ ਦੀ, ਰੱਬੀ ਮਾਰਗ ਦੀ ਡਿਸਕਸ਼ਨ ਕਰਨੀ, ਵਿਚਾਰ ਚਰਚਾ ਕਰਦੇ ਰਹਿਣਾ, ਸਿੱਖਣ ਦੀ ਭਾਵਨਾ ਨਾਲ ਤੇ ਵੰਡਣ ਦੀ ਭਾਵਨਾ। ਅੰਦਰ ਇੱਕ ਪਿਆਸ ਬਣਾਉਣੀ, ਸਤਿਗੁਰ ਪੱਗ ਧੂਰ ਜਿੰਨਾ ਮੁਖ ਲਾਈ। ਫਿਰ ਸੋਝੀ ਆਉਂਦੀ। ਗੁਰੂ ਦੇ ਉਪਦੇਸ਼ ਤੋਂ ਅੱਗੇ ਸਤਿਗੁਰ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਗੁਰੂ ਦੀ ਆਵਾਜ਼, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਸੱਚਾ ਗਿਆਨ ਹੈ, ਉਹੀ ਰੱਬੀ ਗਿਆਨ ਹੈ, ਉਹੀ ਬ੍ਰਹਮ ਦਾ ਗਿਆਨ ਹੈ। ਉਹਦੇ ਵਿੱਚ ਜਿਹੜੇ ਉਪਦੇਸ਼ ਨੇ, ਉਹ ਚਰਨ ਨੇ, ਸਤਿਗੁਰ ਪੱਗ। ਉਹਦਾ ਸਾਡੇ ਤੇ ਪ੍ਰਭਾਵ ਪੈ ਜਾਣਾ, ਇਹ ਧੂਰੀ ਹੈ, ਧੂੜੀ, ਚਰਨ ਧੂੜੀ। ਸਤਿਗੁਰ ਪੱਗ ਧੂਰ ਜਿੰਨਾ ਮੁਖ ਲਾਈ। ਮੁਖ 'ਚ ਕੀ ਹੈ? ਮੁਖ ਵਿੱਚੋਂ ਵਿਚਾਰਧਾਰਾ ਟਪਕਦੀ ਹੈ। ਆਖੋ ਬੰਦਾ ਜਿੱਥੇ ਵੀ ਬੈਠੇ, ਜੋ ਵੀ ਫੈਸਲੇ ਲਵੇ, ਉਹਦੀਆਂ ਗੱਲਾਂ ਬਾਤਾਂ 'ਚੋਂ, ਉਹਦੀ ਵਿਚਾਰਧਾਰਾ 'ਚੋਂ ਜਦੋਂ ਗੁਰੂ ਦੇ ਉਪਦੇਸ਼ਾਂ ਦੀ ਪ੍ਰੇਰਣਾ ਝਲਕਦੀ ਹੋਵੇ, ਜਦੋਂ ਗੁਰੂ ਦੇ ਨਜ਼ਰੀਏ ਦੀ ਚੇਤਨਾ ਝਲਕਦੀ ਹੋਵੇ, ਉਹਦੇ 'ਚੋਂ ਮਿੱਠੇ ਮਿੱਠੇ ਹਲੂਣੇ ਆਉਂਦੇ ਹੋਣ, ਸਮਝ ਲਿਓ ਸਤਿਗੁਰੂ ਦੇ ਚਰਨਾਂ ਦੀ ਧੂੜ
ਇਹਦੇ ਮੁਖ ਨੂੰ ਲੱਗ ਗਈ ਆਖੋ ਵਾਹਿਗੁਰੂ, ਜਿੰਨਾ ਮੁਖ ਲਾਈ। ਉਹ ਮੁਖ ਨੂੰ ਤਾਂ ਲੱਗਦੀ ਹੈ, ਵਿਦਵਾਨਾਂ ਨੇ ਅਰਥ ਮੁਖ ਲਾਈ ਦੇ ਮਸਤਕ ਵੀ ਲਿਖਿਆ ਹੈ। ਉਹ ਪਹਿਲਾਂ ਉਹਨਾਂ ਦੇ ਅੰਦਰ ਸੋਚ ਬਣਦੀ ਹੈ, ਵਿੱਚ ਇਸ ਤਰ੍ਹਾਂ ਦੀ ਆਈਡੀਓਲੋਜੀ ਬਣ ਜਾਂਦੀ ਹੈ। ਗੁਰੂ ਸਾਹਿਬ ਵਾਲਾ ਨਜ਼ਰੀਆ, ਉਸ ਨਜ਼ਰੀਏ ਅਨੁਸਾਰ ਉਹਨਾਂ ਨੂੰ ਦੇਖਣਾ, ਸੋਚਣਾ, ਬੋਲਣਾ ਆ ਜਾਂਦਾ ਹੈ। ਉਹਨਾਂ ਦੀ ਨਿਸ਼ਾਨੀ ਤਿੰਨ ਕੂੜ ਤਿਆਗੇ, ਹਰ ਲਿਵ ਲਾਈ, ਰੱਬ ਦੇ ਨਾਲ, ਰੱਬ ਦੇ ਸੱਚੇ ਗਿਆਨ ਦੇ ਨਾਲ, ਗੁਰੂ ਦੇ ਉਪਦੇਸ਼ਾਂ ਨਾਲ, ਨਿਰੰਕਾਰ ਦੀ ਪਾਵਨ ਗੁਰਬਾਣੀ ਨਾਲ ਗੂੜੀ ਪ੍ਰੀਤ ਇੱਕ ਲਿਵ ਲੱਗ ਜਾਂਦੀ ਹੈ। ਜਿਉਣਾ ਹੈ ਗੁਰਬਾਣੀ ਅਨੁਸਾਰ। ਉਹ ਫਿਰ ਕੂੜ ਦੇ ਮਾਰਗ ਨੂੰ ਤਿਆਗ ਦਿੰਦੇ ਨੇ। ਤਿੰਨ ਕੂੜ ਤਿਆਗੇ, ਹਰ ਲਿਵ ਲਾਈ, ਲਿਵ ਲੱਗ ਗਈ ਹਰ ਦੇ ਨਾਲ, ਰੱਬ ਦੇ ਨਾਲ, ਰੱਬੀ ਮਾਰਗ ਤੇ ਹਰ ਦਰਗਾਹ ਮੁਖ ਉਜਲ ਭਾਈ। ਇਹ ਭਾਈ ਰੱਬ ਦੀ ਦਰਗਾਹ ਵਿੱਚ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ, ਭਾਵ ਉਹ ਰੱਬੀ ਨਜ਼ਰੀਏ ਅਨੁਸਾਰ, ਰੱਬ ਦੇ ਸਿਧਾਂਤਾਂ ਅਨੁਸਾਰ ਜੀਵਨ ਸਫਲ ਜਿਉ ਰਹੇ ਨੇ। ਉਹ ਬਖਸ਼ਿਸ਼ ਦੇ ਪਾਤਰ ਹੁੰਦੇ ਨੇ, ਉਹ ਜੀਵਨ ਬਖਸ਼ਿਸ਼ ਵਾਲੇ ਹੁੰਦੇ ਨੇ। ਗੁਰ ਸੇਵਾ ਆਪ ਹਰ ਭਾਵੈ, ਉਹ ਗੁਰ ਸਰੂਪ ਦੀ ਸੇਵਾ ਕਰਦੇ ਨੇ। ਗੁਰ ਸਰੂਪ ਕੀ ਹੈ? ਗੁਰੂ ਦੇ ਉਪਦੇਸ਼ ਨੇ। ਉਹਦੀ ਸੇਵਾ ਕੀ ਹੈ? ਮੰਨਣਾ। ਉਹ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਮੰਨ ਕੇ ਜਿਉਂਦੇ ਨੇ। ਉਹ ਰੱਬ ਨੂੰ ਵੀ ਚੰਗੇ ਲੱਗਦੇ ਨੇ, ਉਹਨਾਂ ਨੂੰ ਵਾਹਿਗੁਰੂ ਜੀ ਨਾਲ ਪਿਆਰ ਬਣਦਾ। ਆਪ ਹਰ ਭਾਵੈ, ਇਹ ਵਾਹਿਗੁਰੂ ਜੀ ਆਪ ਹੀ ਕੌਤਕ ਵਰਤਾਉਂਦੇ ਨੇ। ਜੋ ਜੋ ਧਰਮ ਦੇ ਮਾਰਗ ਤੇ ਪ੍ਰਾਪਤੀਆਂ ਨੇ ਨਾ, ਉਹਦੇ ਤੇ ਕਿਤੇ ਹੰਕਾਰ ਨਾ ਪੈਦਾ ਹੋ ਜਾਵੇ। ਇਸ ਲਈ ਭਾਵਨਾ ਹਮੇਸ਼ਾ ਇਹ ਰੱਖਣੀ, ਮਹਿਸੂਸ ਕਰਨਾ ਕਿ ਸਭ ਕੁਝ ਵਾਹਿਗੁਰੂ ਜੀ ਆਪ ਹੀ ਕਰਵਾ ਰਹੇ ਨੇ। ਐਸੀ ਭਾਵਨਾ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੀਆਂ ਆਖਰੀ ਪੰਕਤੀਆਂ 'ਚ ਕਹਿ ਰਹੇ ਨੇ, ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ। ਕ੍ਰਿਸ਼ਨ ਜੀ, ਉਹਨਾਂ ਦੇ ਭਰਾ ਬਲਭਦਰ। ਕ੍ਰਿਸ਼ਨ ਜੀ ਵਾਂਗ ਗਿਆਨ ਇੰਦਰੀਆਂ ਦੇ ਨਾਲ ਨਾਚ ਕਰਨ ਵਾਲਾ ਇਹ ਮਨ, ਉਹਨਾਂ ਦਾ ਭਰਾ ਜੋ ਮਦਦ ਕਰਦਾ ਸੀ। ਇੱਦਾਂ ਮਨ ਦੇ ਅੰਦਰ ਮਦਦ ਕਰਨ ਵਾਲਾ ਗੁਰਮੁਖ ਸੁਭਾਅ ਹੈ। ਇੱਦਾਂ ਲੱਗਦਾ ਹੈ ਵਾਹਿਗੁਰੂ ਜੀ ਇਹ ਮਨ ਤੇ ਮਨ ਦਾ ਮਦਦਗਾਰ, ਵਿਚਾਰਧਾਰਾ, ਚੰਗੀ ਵਿਚਾਰਧਾਰਾ ਵਾਲਾ ਗੁਰਮੁਖ ਸੁਭਾਅ ਦਾ ਹਿੱਸਾ ਇਹ ਕਿੱਦਾਂ ਧਿਆਉਂਦੇ ਨੇ? ਪੱਗ ਲੱਗ, ਵਾਹਿਗੁਰੂ ਜੀ ਦੇ ਚਰਨਾਂ ਨਾਲ ਲੱਗ ਕੇ, ਗੁਰੂ ਦੇ ਚਰਨਾਂ ਨਾਲ ਲੱਗ ਕੇ। ਗੁਰੂ ਦੇ ਚਰਨ ਗੁਰੂ ਦੇ ਉਪਦੇਸ਼ ਨੇ। ਗੁਰੂ ਦੇ ਉਪਦੇਸ਼ ਕੀ ਹੈ? ਰੱਬੀ ਗਿਆਨ ਹੈ। ਰੱਬੀ ਗਿਆਨ ਰੱਬ ਦੇ ਉਪਦੇਸ਼ ਨੇ। ਜੇ ਕ੍ਰਿਸ਼ਨ ਜੀ ਦੇ ਜਾਂ ਬਲਭਦਰ ਜੀ ਦੇ ਕੋਈ ਚੰਗੇ ਗੁਣਾਂ ਦੀ ਵਿਆਖਿਆ ਕਰਦਾ ਹੈ ਤਾਂ ਚੰਗੇ ਗੁਣ ਰੱਬ ਦੇ ਚਰਨ ਨੇ, ਉਹੀ ਤਾਂ ਰੱਬੀ ਉਪਦੇਸ਼ ਨੇ। ਜੇ ਉਹਨਾਂ ਨੂੰ ਵੀ ਉਹਨਾਂ ਗੁਣਾਂ ਦੇ ਆਧਾਰ ਤੇ ਧਿਆਵਾ ਮੰਨਦੇ ਹਾਂ ਤੇ ਉਹ ਗੁਰੂ ਦੇ ਉਪਦੇਸ਼, ਰੱਬੀ ਉਪਦੇਸ਼ ਅਨੁਸਾਰ ਹੀ ਉਹਨਾਂ ਨੇ ਜੀਵਨ ਜਿੰਨਾ ਜਿਉਇਆ ਉਸ ਨੂੰ ਧਿਆਉਣਾ ਕਿਹਾ। ਪਰ ਗੁਰਬਾਣੀ ਜਿੰਨੇ ਵੀ ਕਰੈਕਟਰਸ ਪੇਸ਼ ਕੀਤੇ ਹੁੰਦੇ ਨੇ ਉਹ ਮਨ ਤੇ ਮਤ ਨੂੰ ਸਮਝਾਉਣ ਵਾਸਤੇ ਹੁੰਦੇ ਨੇ। ਮਨ ਤੇ ਮਤ ਦੇ ਹੀ ਰੂਪ ਹੁੰਦੇ ਨੇ। ਨਾਨਕ ਗੁਰਮੁਖ ਹਰ ਆਪ ਤਰਾਵੈ। ਹੈ ਨਾਨਕ ਜੀ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨ ਕੇ ਜਦੋਂ ਜੀਵਨ ਗੁਰਮੁਖ ਬਣਦਾ ਨਾ, ਫਿਰ ਵਾਹਿਗੁਰੂ ਜੀ ਦੀ ਕਲਾ ਵਾਪਰਦੀ ਹੈ। ਹਰ ਆਪ ਤਰਾਵੈ, ਵਾਹਿਗੁਰੂ ਜੀ ਆਪੇ ਹੀ ਫਿਰ ਮਨ ਨੂੰ ਕੁਸੰਗ ਵਾਲੇ ਪਾਸੇ ਤੋਂ ਮੋੜ ਕੇ ਸਤਸੰਗ ਵਾਲੇ ਪਾਸੇ ਜਿਉਣਾ ਸਿਖਾ ਦਿੰਦੇ ਨੇ। ਸਭ ਕਲਾ ਵਾਹਿਗੁਰੂ ਜੀ ਦੀ ਹੈ। ਗੌੜੀ ਗੁਆਰੇਰੀ ਮਹੱਲਾ ਚੌਥਾ। ਗੌੜੀ ਰਾਗ ਹੈ, ਗੁਆਰੇਰੀ ਕਿਸਮ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਹ 6ਵਾਂ ਸ਼ਬਦ ਹੈ। ਗੌੜੀ ਰਾਗ ਦਾ 44ਵਾਂ ਸ਼ਬਦ ਸ਼ੁਰੂ ਹੋ ਰਿਹਾ। ਹਰ ਆਪੇ ਜੋਗੀ ਡੰਡਾ ਧਾਰੀ। ਜੋਗੀ ਹੱਥ ਵਿੱਚ ਡੰਡਾ ਰੱਖਦੇ ਸੀ। ਉਸ ਜੋਗੀ ਦੇ ਅੰਦਰ ਵੀ ਵਾਹਿਗੁਰੂ ਜੀ ਦੀ ਜੋਤ ਹੈ। ਉਹ ਜਿਹੜਾ ਡੰਡਾ ਹੈ, ਇੱਕ ਸ਼ਕਤੀ ਹੈ ਉਸ ਦੇ ਕੋਲ। ਉਹ ਸ਼ਕਤੀ ਉੱਤੇ ਵੇਲੇ ਤੋਂ ਮਦਦ ਕਰਦੀ ਹੈ। ਜਿੰਨੀਆਂ ਸ਼ਕਤੀਆਂ ਨੇ ਵਾਹਿਗੁਰੂ ਜੀ ਦੀਆਂ ਨੇ, ਉਹ ਡੰਡੇ ਦੇ ਅੰਦਰ ਵੀ ਸ਼ਕਤੀ ਵਾਹਿਗੁਰੂ ਦੀ। ਇਹ ਮਨ ਜਦੋਂ ਜੋਗੀ ਬਣਦਾ ਹੈ, ਰੱਬ ਨਾਲ ਜੁੜਦਾ ਹੈ,
ਇਹਦੇ ਕੋਲੇ ਵੀ ਵਿਸ਼ਵਾਸ ਦਾ ਡੰਡਾ ਹੁੰਦਾ ਹੈ। ਇਹ ਵਿਸ਼ਵਾਸ ਸਿਦਕ ਦਾ ਡੰਡਾ, ਇਹ ਮਨ ਜੋਗੀ ਬਣਦਾ ਹੈ। ਇਹ ਸਭ ਵਾਹਿਗੁਰੂ ਜੀ ਦੇ ਕੌਤਕ ਨੇ। ਹਰ ਆਪੇ ਰੱਬ ਰਹਿਆ ਬਨਵਾਰੀ, ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਹਰ ਥਾਂ ਤੇ ਰੱਬ ਰਹੇ ਨੇ, ਸ਼ਕਤੀਆਂ ਦੇ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ, ਰੱਬੀ ਗਿਆਨ ਦੇ ਰੂਪ ਵਿੱਚ, ਹਰ ਵਰਤਾਰੇ ਵਿੱਚ ਵਾਹਿਗੁਰੂ ਜੀ ਦੀਆਂ ਝਲਕਾਂ ਨੇ, ਉਹਦੀ ਜੋਤ ਦੇ ਕਰਿਸ਼ਮੇ ਨੇ। ਹਰ ਆਪੇ ਤਪ ਤਾਪੈ ਲਾਏ ਤਾੜੀ। ਅਗਰ ਕੋਈ ਤਪ ਕਰਦਾ ਹੈ, ਤਪ ਕੀ ਹੁੰਦਾ ਹੈ? ਗੁਰੂ ਦੇ ਮਾਰਗ ਤੇ, ਰੱਬ ਦੇ ਮਾਰਗ ਤੇ ਤੁਰਦਿਆਂ ਵਿਘਨ ਆਉਂਦੇ ਨੇ, ਰੁਕਾਵਟਾਂ ਆਉਂਦੀਆਂ, ਕਮਜ਼ੋਰ ਮਨ ਡੋਲ ਜਾਂਦੇ ਨੇ, ਛੱਡ ਜਾਂਦੇ ਨੇ। ਗੁਰੂ ਬਖਸ਼ਿਸ਼ ਵਾਲੇ ਜੀਵਨ ਛੱਡਦੇ ਨਹੀਂ, ਤੁਰੇ ਰਹਿੰਦੇ ਨੇ। ਉਹਨਾਂ ਵਿਘਨ ਰੁਕਾਵਟਾਂ ਨੂੰ ਆਪਣੇ ਜੀਵਨ ਤੇ ਸਹਾਰਦੇ ਨੇ। ਇਹ ਉਹਨਾਂ ਦਾ ਤਪ ਹੈ। ਅਡੋਲਤਾ ਸਹਿਜ ਸਮਾਧੀ ਮੰਨਿਆ ਗੁਰਮਤਿ ਨੇ, ਸਮਾਧੀ ਹੈ। ਇਹ ਸਭ ਵਾਹਿਗੁਰੂ ਜੀ ਦੇ ਵਰਤਾਰੇ ਨੇ। ਵਾਹਿਗੁਰੂ ਜੀ ਆਪ ਹੀ ਅਡੋਲਤਾ ਦਿੰਦੇ ਨੇ, ਆਪ ਹੀ ਉਹ ਤਪ ਪ੍ਰੀਖਿਆਵਾਂ ਹੁੰਦੀਆਂ ਨੇ, ਤੇ ਆਪੇ ਹੀ ਉਹਨਾਂ ਪ੍ਰੀਖਿਆਵਾਂ ਚੋਂ ਆਪਣੇ ਪਿਆਰਿਆਂ ਨੂੰ ਪਾਰ ਲਾਉਂਦੇ ਨੇ, ਤੇ ਆਪ ਹੀ ਉਹ ਸਹਿਜ ਦਾ ਗੁਣ ਬਣ ਜਾਂਦੇ ਨੇ। ਉਸ ਵਿੱਚ ਆਪੇ ਹੀ ਇਹ ਸਮਾਧੀ ਰੂਪ ਹੈ। ਸਭ ਵਾਹਿਗੁਰੂ ਜੀ ਦੇ ਹੀ ਕਰਿਸ਼ਮੇ ਨੇ। ਐਸਾ ਮੇਰਾ ਰਾਮ ਰਹਿਆ ਭਰਪੂਰ, ਇਹ ਰਹਾਉ ਪਦਾ ਹੈ। ਇਸ ਤਰ੍ਹਾਂ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਥਾਂ ਤੇ ਭਰਪੂਰ, ਉਹਨਾਂ ਦੀ ਐਗਜ਼ਿਸਟੈਂਸ ਹਰ ਥਾਂ ਤੇ ਹੈ, ਉਹਨਾਂ ਦੀ ਹੋਂਦ ਹਰ ਥਾਂ ਤੇ। ਕੌਤਕ ਨੇ, ਵਰਤਾਰੇ ਨੇ, ਮਹਿਸੂਸ ਕਰਾਂਗੇ, ਸੋਝੀ ਆਏਗੀ, ਮਹਿਸੂਸ ਕਰਾਂਗੇ, ਆਨੰਦ ਹੀ ਆਨੰਦ ਹੈ। ਨਿਕਟ ਵਸੈ ਨਾਹੀ ਹਰ ਦੂਰ ਰਹਾਓ, ਸੈਂਟਰਲ ਆਈਡੀਆ ਹੈ। ਵਾਹਿਗੁਰੂ ਜੀ ਦੂਰ ਨਹੀਂ ਹੈ। ਸਾਡਾ ਮਨ ਜਦੋਂ ਦੂਸਰੇ ਪਾਸੇ ਖਿੱਚ ਪੈਦਾ ਹੋ ਜਾਂਦੀ, ਇਹ ਖਿੱਚ ਹੀ ਦੂਰੀ ਹੈ। ਵਾਹਿਗੁਰੂ ਜੀ ਤਾਂ ਹਾਜ਼ਰ ਨਾਜ਼ਰ ਨੇ, ਹਰ ਵੇਲੇ ਨਾਲ ਨੇ। ਦੂਰੀ ਕੀ ਹੈ? ਦੋ ਭਰਾ ਇੱਕੋ ਘਰ 'ਚ ਰਹਿੰਦੇ ਨੇ, ਅੱਗੋਂ ਉਹਨਾਂ ਦੀਆਂ ਪਤਨੀਆਂ ਰਹਿੰਦੀਆਂ, ਕਿਸੇ ਇੱਕ ਦੇ ਕਾਰਨ ਘਰ ਵਿੱਚ ਕਲੇਸ਼ ਪੈ ਗਿਆ। ਉਹ ਦੋ ਭਰਾਵਾਂ ਚੋਂ ਕਿਸੇ ਇੱਕ ਦੇ ਕਾਰਨ ਹੋ ਸਕਦਾ ਹੈ, ਉਹ ਦੋ ਨੂੰਹਾਂ ਦੇ ਕਾਰਨ ਕਿਸੇ ਇੱਕ ਦੇ ਕਾਰਨ ਪੈ ਸਕਦਾ ਹੈ, ਦੋਹਾਂ ਨੂੰਹਾਂ ਚੋਂ। ਉਹ ਸੱਸ ਸਹੁਰੇ ਚੋਂ ਵੀ ਕੋਈ ਕਾਰਨ ਬਣ ਸਕਦਾ ਹੈ, ਬੱਚਿਆਂ ਚੋਂ ਕੋਈ ਕਿਸੇ ਇੱਕ ਦਾ ਕਾਰਨ ਬਣ ਸਕਦਾ ਹੈ। ਪਰ ਜਦੋਂ ਇੱਕ ਦਾ ਕਾਰਨ ਬਣ ਜਾਂਦਾ ਹੈ ਨਾ, ਮਨਾਂ ਵਿੱਚ ਐਸੀ ਪੜਾਸ ਬਣ ਜਾਂਦੀ ਹੈ, ਇੱਕ ਦੂਸਰੇ ਪ੍ਰਤੀ ਸ਼ੱਕੀ ਬਿਰਤੀ ਪੈਦਾ ਹੋ ਜਾਂਦੀ ਹੈ, ਇੱਕ ਦੂਸਰੇ ਨੂੰ ਬੁਲਾਉਣਾ ਛੱਡ ਦਿੱਤਾ ਜਾਂਦਾ ਹੈ। ਸਰੀਰ ਤਾਂ ਨੇੜੇ ਨੇੜੇ ਹੀ ਹੈ, ਅਹਿਸਾਸ ਖਤਮ ਹੋ ਗਿਆ, ਮੇਰਾ ਆਪਣਾ, ਭਾਵਨਾ ਖਤਮ ਹੋ ਗਈ, ਮਹਿਸੂਸ ਦਾ ਤਲ ਕਮਜ਼ੋਰ ਹੋ ਗਿਆ, ਦੂਰੀ ਪੈ ਗਈ। ਆਖੋ ਵਾਹਿਗੁਰੂ। ਆਪਣਾ ਹੀ ਦੁਸ਼ਮਣ ਦਿਖਾਈ ਦੇਗਾ। ਇਹ ਵੀ ਹੋ ਸਕਦਾ ਹੈ ਨੂੰਹਾਂ ਨੂੰ ਸੱਸ ਸਹੁਰੇ ਦੁਸ਼ਮਣ ਦਿਸਣ ਲੱਗ ਜਾਣ। ਇਹ ਵੀ ਹੋ ਸਕਦਾ ਹੈ ਸੱਸ ਸਹੁਰੇ ਨੂੰ ਨੂੰਹਾਂ ਦੁਸ਼ਮਣ ਦਿਸਣ। ਇਹ ਵੀ ਹੋ ਸਕਦਾ ਹੈ ਵੱਡੇ ਭਰਾ ਨੂੰ ਛੋਟਾ ਭਰਾ ਬੇਗਾਨਾ ਦਿਸਣ ਲੱਗ ਜਾਵੇ। ਇਹ ਵੀ ਹੋ ਸਕਦਾ ਵੱਡੇ ਨੂੰ ਛੋਟਾ, ਛੋਟੇ ਨੂੰ ਵੱਡਾ ਬੇਗਾਨਾ ਦਿਸੇ। ਪਤੀ ਪਤਨੀ ਦੇ ਅੰਦਰ ਵੀ ਐਸੀ ਕਿਰਿਆ ਵਾਪਰ ਗਈ ਤੇ ਇੱਕ ਦੂਸਰੇ ਨੂੰ ਮਨਾਂ 'ਚੋਂ ਦੂਰੀ ਪੈ ਜਾਂਦੀ ਹੈ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਦੂਰੀ ਸਰੀਰਾਂ ਦੀ ਨਹੀਂ ਹੁੰਦੀ, ਦੂਰੀ ਅੰਦਰ ਹੁੰਦੀ ਹੈ, ਅਹਿਸਾਸ ਦੀ, ਭਾਵਨਾ ਦੀ। ਤੇ ਵਾਹਿਗੁਰੂ ਜੀ ਤਾਂ ਨਿਕਟ ਵਸਦੇ ਨੇ, ਹਰ ਵੇਲੇ ਵਸਦੇ ਨੇ। ਅੰਦਰ ਭਾਵਨਾ ਕਮਜ਼ੋਰ ਹੋ ਗਈ, ਮਹਿਸੂਸ ਕਰਨ ਦਾ ਤਲ ਕਮਜ਼ੋਰ ਹੋ ਗਿਆ, ਤਾਂ ਦੂਰੀ ਮਹਿਸੂਸ ਹੁੰਦੀ ਹੈ। ਨਿਕਟ ਵਸੈ ਨਾਹੀ ਹਰ ਦੂਰ, ਵਾਹਿਗੁਰੂ ਜੀ ਦੂਰ ਨਹੀਂ ਹੈ। ਹਰੇ ਆਪੇ ਸ਼ਬਦ ਸੁਰਤ ਧੁਨ ਆਪੇ। ਜੋ ਗੁਰੂ ਦਾ ਉਪਦੇਸ਼ ਹੈ ਨਾ, ਉਹ ਰੱਬੀ ਗਿਆਨ ਹੈ। ਵਾਹਿਗੁਰੂ ਜੀ ਆਪ ਹੀ ਸ਼ਬਦ ਸਰੂਪ ਨੇ। ਜਿਸ ਮਨੁੱਖ ਦੀ ਸੁਰਤ, ਧਿਆਨ ਗੁਰੂ ਦੇ ਉਪਦੇਸ਼ ਨਾਲ ਪਿਆਰ ਦੇ ਰਸ ਵਿੱਚ ਜੁੜ ਜਾਂਦੀ, ਮੰਨਣ ਦੀ ਭਾਵਨਾ ਵਿੱਚ ਜੁੜ ਜਾਂਦੀ, ਉਸ ਜੀਵਨ ਦੇ ਅੰਦਰ ਵੀ ਵਾਹਿਗੁਰੂ ਜੀ ਦੀ ਜੋਤ ਹੈ। ਇਸ ਸੁਰਤ ਦਾ ਜੁੜਨਾ ਵੀ ਰੱਬ ਦਾ ਕਰਿਸ਼ਮਾ। ਧੁਨ, ਆਵਾਜ਼। ਹੁਣ ਉਸ ਸੁਰਤ ਦੇ ਵਿੱਚੋਂ ਵੀ ਆਵਾਜ਼ ਨਿਕਲਦੀ ਹੈ, ਮੈਂ ਮੰਨਣਾ ਹੈ, ਮੈਂ ਤੁਰਨਾ ਹੈ, ਮੈਂ ਜੀਵਨ ਜਿਉਣਾ ਹੈ। ਤੇ ਸ਼ਬਦ ਵਿੱਚੋਂ ਵੀ ਆਵਾਜ਼ ਹੈ, ਤੂੰ ਇੱਦਾਂ ਜਿਉਂ। ਗੁਰੂ ਦੀ ਆਵਾਜ਼ ਹੈ, ਉਹ ਰੱਬ ਦੀ ਆਵਾਜ਼ ਹੈ। ਹੁਣ ਜੋ ਉਪਦੇਸ਼ ਵਿੱਚ ਆਵਾਜ਼ ਹੈ, ਉਹ ਗੁਰੂ ਦੀ ਆਵਾਜ਼, ਰੱਬ ਦੀ ਆਵਾਜ਼ ਹੈ।
ਜੋ ਸੁਰਤ ਦੇ ਅੰਦਰ ਆਵਾਜ਼ ਹੈ ਮੈਂ ਮੰਨਣਾ ਹੈ, ਇਹ ਵੀ ਰੱਬੀ ਜੋਤ ਜ਼ਮੀਰ ਦੀ ਆਵਾਜ਼ ਹੈ। ਇਹ ਸਭ ਕੁਛ ਵਾਹਿਗੁਰੂ ਜੀ ਦਾ ਆਪ ਹੀ ਉਹਨਾਂ ਦਾ ਖੇਲ ਹੈ। ਹਰ ਆਪੇ ਵਿਗਸੈ, ਹਰ ਆਪੇ ਵੇਖੈ, ਵਿਗਸੈ ਆਪੇ। ਵਾਹਿਗੁਰੂ ਜੀ ਆਪ ਹੀ ਸਭ ਕੁਛ ਵੇਖਦੇ ਨੇ, ਖੁਸ਼ ਹੁੰਦੇ ਨੇ, ਬਖਸ਼ਿਸ਼ ਦਿੰਦੇ ਨੇ। ਹਰ ਆਪ ਜਪਾਏ, ਆਪੇ ਹਰ ਜਾਪੇ। ਵਾਹਿਗੁਰੂ ਜੀ ਆਪ ਹੀ ਜਪਾਉਂਦੇ ਨੇ ਤੇ ਜਪਣਾ ਵੀ ਉਹਨਾਂ ਦਾ ਆਪਣਾ ਹੀ ਕਰਿਸ਼ਮਾ ਹੈ। ਸਭ ਵਰਤਾਰੇ ਵਾਹਿਗੁਰੂ ਜੀ ਦੇ ਨੇ। ਜੇ ਸੁਰਤ, ਸੁਭਾਓ, ਸੋਚ ਦਾ ਲੈਵਲ ਧਰਮਖੰਡ ਵਿੱਚ ਹੈ, ਤਾਂ ਫਿਰ ਇਹ ਧਰਤੀ ਧਰਮਸ਼ਾਲ ਦਿਸਦੀ ਹੈ ਤੇ ਸਭ ਕੁਛ ਵਿੱਚੋਂ ਧਰਮ ਸਿੱਖਣਾ, ਰੱਬ ਦਾ ਸੱਚਾ ਗਿਆਨ ਹਰ ਵਰਤਾਰੇ ਵਿੱਚ ਹੈ। ਉਹ ਆਪ ਹੀ ਹੈ ਵਾਹਿਗੁਰੂ ਜੀ। ਹਰ ਆਪੇ ਸਾਰੰਗ ਅੰਮ੍ਰਿਤ ਧਾਰਾ ਪਪੀਹਾ। ਸਵੰਤੀ ਬੂੰਦਾਂ ਨੂੰ ਤਰਸਦਾ ਹੈ। ਇਹ ਮਨ ਗੁਰੂ ਸਾਹਿਬ ਜੀ ਦੇ ਤੇ ਵਾਹਿਗੁਰੂ ਜੀ ਦੇ ਅੰਮ੍ਰਿਤ ਰਸ ਨੂੰ ਤਰਸਦਾ ਹੈ। ਫਿਰ ਇਹ ਮਨ ਵੀ ਵਾਹਿਗੁਰੂ ਜੀ ਦਾ ਰੂਪ ਹੈ, ਅੰਮ੍ਰਿਤ ਦਾ ਰਸ ਵੀ ਵਾਹਿਗੁਰੂ ਜੀ ਆਪ ਹੀ ਹੈ। ਐਸੀ ਅਵਸਥਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ। ਹਰ ਅੰਮ੍ਰਿਤ ਆਪ ਪਿਆਵਣ ਹਾਰਾ। ਜਿਹੜਾ ਮਨ ਉਸ ਅੰਮ੍ਰਿਤ ਦੇ ਰਸ ਨੂੰ ਪੀ ਰਿਹਾ ਨਾ, ਪਿਆਵਣ ਵਾਲੇ ਵੀ ਵਾਹਿਗੁਰੂ ਜੀ ਆਪ ਹੀ ਨੇ। ਹਰ ਆਪ ਕਰੇ ਆਪੇ ਨਿਸਤਾਰਾ। ਉਹ ਆਪ ਹੀ ਵਿਧੀ ਵਰਤਾਉਂਦੇ ਨੇ, ਮਾਹੌਲ ਬਣਾਉਂਦੇ ਨੇ। ਕਮਾਲ ਹੀ ਕਮਾਲ ਹੈ। ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ ਦਿੰਦੇ ਨੇ। ਜੇ ਇਸ ਤਰ੍ਹਾਂ ਮਹਿਸੂਸ ਕਰਾਂਗੇ, ਅੰਦਰ ਕੋਈ ਮਾਣ, ਫਖਰ, ਅਹੰਕਾਰ ਨਹੀਂ ਆ ਸਕਦਾ। ਇਹ ਤਦ ਹੀ ਹੋਏਗਾ ਜਦੋਂ ਅਸੀਂ ਵਾਹਿਗੁਰੂ ਜੀ ਨੂੰ, ਉਹਨਾਂ ਦੇ ਸੱਚੇ ਗਿਆਨ ਨੂੰ ਖੁੱਲੀ ਸਮਰਪਿਤ ਹੋ ਜਾਵਾਂਗੇ। ਸਾਡਾ ਕੁਛ ਨਹੀਂ, ਸਭ ਵਾਹਿਗੁਰੂ ਜੀ ਦੇ ਕੌਤਕ ਨੇ। ਹਰ ਆਪੇ ਬੇੜੀ ਤੁਲਹਾ ਤਾਰਾ। ਤਰਨਾ ਹੋਵੇ ਨਾ ਪਾਣੀ ਦੇ ਉੱਪਰ ਦੀ, ਜਾਂ ਤਾਂ ਕਿਸ਼ਤੀ ਚਾਹੀਦੀ ਹੈ, ਜਾਂ ਪੁੱਲ ਹੁੰਦਾ ਸੀ ਲੱਕੜੀ ਦਾ ਬਣਿਆ ਹੋਇਆ, ਤੁਲਹਾ ਕਹਿੰਦੇ ਉਹਨੂੰ। ਤਾਰਾ, ਤਾਰਨ ਵਾਸਤੇ, ਤਾਰਨਹਾਰਾ। ਫਿਰ ਜਿੰਨੀਆਂ ਵਿਧੀਆਂ ਨੇ, ਜਿੰਨੀਆਂ ਪ੍ਰੇਰਨਾਵਾਂ ਨੇ, ਜਿੰਨੇ ਉਹ ਕਾਰਨ ਨੇ ਜਿਸ ਕਰਕੇ ਮਨ ਗੁਰੂ ਦੇ ਮਾਰਗ ਤੇ ਤੁਰਦਾ ਹੈ, ਉਹ ਬੇੜੀ ਹੈ, ਆਖੋ ਵਾਹਿਗੁਰੂ। ਤੇ ਜਿਹੜੀ ਅਡੋਲਤਾ, ਸਿਦਕ, ਵਿਸ਼ਵਾਸ ਹੈ, ਇਹ ਤੁਲਹਾ ਹੈ। ਇਹ ਸਭ ਵਾਹਿਗੁਰੂ ਜੀ ਦੇ ਗੁਣ ਨੇ ਤੇ ਵਾਹਿਗੁਰੂ ਜੀ ਆਪ ਹੈ। ਪ੍ਰੇਰਣਾ ਬਣ ਕੇ ਵਾਹਿਗੁਰੂ ਜੀ ਆਪ ਹੈ। ਸਿਦਕ, ਵਿਸ਼ਵਾਸ ਬਣ ਕੇ ਵਾਹਿਗੁਰੂ ਜੀ ਆਪ ਹੈ। ਤੇ ਉਹ ਆਪ ਹੀ ਤਾਰ ਰਹੇ ਨੇ, ਮੈਨੇਜ ਕਰਵਾ ਰਹੇ ਨੇ ਜੀਵਨ ਨੂੰ। ਹਰ ਆਪੇ ਗੁਰਮਤੀ ਨਿਸਤਾਰਾ। ਜੋ ਗੁਰੂ ਦੀ ਮੱਤ, ਗੁਰੂ ਦਾ ਨਜ਼ਰੀਆ ਹੈ, ਉਹ ਰੱਬੀ ਨਜ਼ਰੀਆ, ਰੱਬ ਦਾ ਸਿਧਾਂਤ ਨੇ। ਆਪ ਹੀ ਗੁਰਮਤ ਹੈ ਵਾਹਿਗੁਰੂ ਜੀ। ਫਿਰ ਜੋ ਮਨ ਨੂੰ ਮੈਨੇਜ ਕਰਨ ਦਾ ਜੋ ਜਜ਼ਬਾ ਹੈ, ਲਗਨ ਹੈ, ਸੋਝੀ ਹੈ, ਇਹ ਸਭ ਵਾਹਿਗੁਰੂ ਜੀ ਦੇ ਗੁਣ ਨੇ ਤੇ ਗੁਣ ਬਣ ਕੇ ਵਾਹਿਗੁਰੂ ਜੀ ਆਪ ਹੀ ਨੇ। ਹਰ ਆਪੇ ਨਾਨਕ ਪਾਵੈ ਪਾਰਾ। ਇਸ ਤਰ੍ਹਾਂ ਇਹ ਨਾਨਕ ਜੀ, ਵਾਹਿਗੁਰੂ ਜੀ ਆਪ ਹੀ ਪਾਰ ਲਾਉਂਦੇ ਨੇ, ਜ਼ਿੰਦਗੀ ਸਫਲ ਕਰਵਾ ਦਿੰਦੇ ਨੇ। ਲੋੜ ਹੈ ਵਾਹਿਗੁਰੂ ਜੀ ਨੂੰ ਸਮਰਪਿਤ ਹੋਣ ਦੀ, ਗੁਰੂ ਦੇ ਉਪਦੇਸ਼ਾਂ ਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਦੀ। ਇਹਦਾ ਮਤਲਬ ਇਹ ਨਹੀਂ ਹੈ ਕਿ ਕਾਰੋਬਾਰ ਛੱਡ ਦਈਏ, ਘਰ-ਬਾਰ ਛੱਡ ਦਈਏ। ਜਿਉਣਾ ਇਸੇ ਜ਼ਿੰਦਗੀ 'ਚ ਹੈ। ਕਾਰੋਬਾਰ ਜ਼ਿੰਮੇਵਾਰੀਆਂ ਨੇ, ਉਹ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਪਰ ਇਤਨਾ ਸਵਾਰਥੀ ਨਹੀਂ ਹੋਣਾ ਕਿ ਉਸ ਉਲਝਣ ਤਾਣੀ ਵਿੱਚ ਫਸ ਜਾਈਏ ਤੇ ਗੁਰੂ ਦਾ ਮਾਰਗ ਨਿਭੇ ਨਾ। ਗੌੜੀ ਬੈਰਾਗਣ ਮਹੱਲਾ ਚੌਥਾ। ਇਹ ਵੀ ਗੌੜੀ ਬੈਰਾਗਣ ਹੈ, ਚੌਥੇ ਪਾਤਸ਼ਾਹ ਦਾ ਸ਼ਬਦ ਹੈ। ਸ਼ਾਹ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇਹ, ਤੈਸੀ ਹਮਲੇ। ਵਾਹਿਗੁਰੂ ਜੀ, ਤੁਸੀਂ ਸਾਡੇ ਮਾਲਕ ਹੋ, ਸ਼ਾਹ ਹੋ। ਜੈਸੀ ਤੂੰ ਰਾਸ ਦੇ, ਜਿਹੋ ਜੀ ਤੁਸੀਂ ਸਾਨੂੰ ਪੂੰਜੀ ਦਿੰਦੇ ਹੋ, ਗੁਣ ਦਿੰਦੇ ਹੋ, ਪ੍ਰੇਰਨਾ ਦਿੰਦੇ ਹੋ, ਉਤਨੀ ਕੁ ਅਸੀਂ ਲੈ ਸਕਦੇ ਹਾਂ। ਕਿਉਂਕਿ ਵਾਹਿਗੁਰੂ ਜੀ ਦਾ ਇੱਕ ਨਿਯਮ ਬਣਾਇਆ ਹੈ, ਜਿਸ ਤਰ੍ਹਾਂ ਦਾ ਸੁਭਾਅ ਹੋਏਗਾ, ਉਸ ਤਰ੍ਹਾਂ ਦੀ ਹੀ ਗੁਣਾਂ ਦੀ ਪੂੰਜੀ ਮਿਲੇਗੀ, ਉਸ ਤੋਂ ਅੱਗੇ ਨਹੀਂ। ਤੁਸੀਂ ਹੀ ਵਾਹਿਗੁਰੂ ਜੀ ਦਿੰਦੇ ਹੋ। ਹਰ ਨਾਮ ਬਣਨ ਜਾਏ ਰੰਗ ਸਿਉ, ਜੇ ਆਪ ਦਇਆਲ ਹੋਏ ਦੇ। ਵਾਹਿਗੁਰੂ ਜੀ, ਤੁਸੀਂ ਆਪ ਹੀ ਪਿਆਰ ਦਾ ਗੁਣ ਬਣ ਕੇ ਸਾਡੇ ਅੰਦਰ ਬਖਸ਼ਿਸ਼ ਕਰਦੇ ਹੋ। ਆਪ ਹੀ ਸੋਝੀ ਬਣ ਕੇ ਇਹ ਗੁਣਾਂ ਦਾ ਵਪਾਰ ਕਰਵਾਉਂਦੇ ਹੋ। ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਵਣਜ ਕਰਵਾਉਂਦੇ ਹੋ। ਹਰ ਨਾਮ ਬਣਨ ਜਾਏ ਰੰਗ ਸਿਉ,
ਜੇ ਆਪ ਦਇਆਲ ਹੋਏ ਦੇ। ਜਦੋਂ ਵਾਹਿਗੁਰੂ ਜੀ ਆਪ ਦਇਆ ਕਰਦੇ ਨੇ, ਤਰਸ ਕਰਦੇ ਨੇ, ਤਾਂ ਇਹ ਦਾਤਾਂ ਮਿਲਦੀਆਂ ਨੇ। ਇੱਦਾਂ ਮਹਿਸੂਸ ਕਰਨਾ ਹੈ। ਹਮ ਬਣਜ਼ਾਰੇ ਰਾਮ ਕੇ, ਅਸੀਂ ਤਾਂ ਵਾਹਿਗੁਰੂ ਜੀ ਦੇ ਬਣਜ਼ਾਰੇ ਹਾਂ। ਗੁਣਾਂ ਦਾ ਵਣਜ ਕਰਨਾ ਹੈ, ਬਖਸ਼ਿਸ਼ ਦਾ ਵਪਾਰ ਕਰਨਾ ਹੈ, ਸੋਝੀ ਲੈਣੀ ਹੈ। ਜੋ ਗੁਰਮਤਿ ਦੇ ਮਾਰਗ ਦੀਆਂ ਇੱਛਾਵਾਂ ਨੇ, ਲੋੜਾਂ ਨੇ, ਉਹਦਾ ਵਪਾਰ ਕਰਨਾ ਹੈ, ਗੁਰੂ ਤੋਂ ਸਿੱਖਣਾ ਹੈ, ਜ਼ਿੰਦਗੀ ਜਿਉਣੀ ਹੈ, ਰੱਬ ਨੂੰ ਸਮਰਪਿਤ ਹੋ ਕੇ ਹਰ ਬਣਜ ਕਰਾਵਾ ਦੇ ਰਾਸ ਰੇ ਰਹਾਉ। ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਇਹ ਵਪਾਰ ਕਰਵਾਉਂਦੇ ਨੇ ਗੁਣਾਂ ਦਾ। ਆਪ ਹੀ ਉਹ ਪੂੰਜੀ ਬਣ ਕੇ ਸਾਡੇ ਅੰਦਰ ਵਸ ਜਾਂਦੇ ਨੇ। ਲਾਹਾ ਇਹ ਰਹਾਉ ਪਦਾ ਹੈ ਸ਼ਬਦ ਦਾ। ਲਾਹਾ ਹਰ ਭਗਤ ਧਨ ਖੱਟਿਆ, ਹਰ ਸੱਚੇ ਸ਼ਾਹ ਮਨ ਭਾਇਆ। ਇਹ ਜ਼ਿੰਦਗੀ ਜਿਉਣਾ ਇਸ ਤਰ੍ਹਾਂ ਭਗਤੀ ਹੈ। ਇਹ ਭਗਤੀ ਦਾ ਧਨ ਕਿਹਨੇ ਖੱਟਿਆ? ਜਿਨ੍ਹਾਂ ਦੀ ਸੋਚ ਸੁਭਾਅ ਹਰੀ ਸੱਚੇ ਸ਼ਾਹ ਨੂੰ, ਵਾਹਿਗੁਰੂ ਜੀ ਨੂੰ ਚੰਗੀ ਲੱਗੀ, ਅਤੇ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਦਾ ਗਿਆਨ, ਰੱਬੀ ਗਿਆਨ, ਸੱਚਾ ਗਿਆਨ, ਵਾਹਿਗੁਰੂ ਜੀ ਦੇ ਗੁਣ, ਰੱਬੀ ਉਪਦੇਸ਼, ਗੁਰਮਤਿ ਗੁਰਬਾਣੀ, ਜਿਨ੍ਹਾਂ ਦੇ ਮਨ ਨੂੰ ਚੰਗੀ ਲੱਗੀ, ਆਖੋ ਵਾਹਿਗੁਰੂ। ਬਸ ਇਹ ਗੱਲ ਸਮਝ ਲਿਓ, ਜੇ ਕਿਸੇ ਪੁੱਤਰ ਧੀ ਨੂੰ ਗੁਰੂ ਦੀਆਂ ਸਿੱਖਿਆਵਾਂ ਚੰਗੀਆਂ ਲੱਗਣ ਲੱਗ ਗਈਆਂ, ਉਹ ਆਗਿਆਕਾਰੀ ਬਣਦਾ ਹੈ। ਆਪਣੇ ਆਪ ਮਾਪਿਆਂ ਨੂੰ ਪੁੱਤਰ ਧੀ ਚੰਗੇ ਲੱਗਦੇ ਨੇ, ਤਾਂ ਇੱਕ ਕਮਾਲ ਹੈ। ਹਰ ਜਪ ਹਰ ਵੱਖਰ ਲੱਦਿਆ, ਜਮ ਜਾਗਾਤੀ ਨੇੜ ਨਾ ਆਇਆ। ਇਸ ਤਰੀਕੇ ਨਾਲ ਜਿਨ੍ਹਾਂ ਨੇ ਹਰੀ ਨੂੰ ਜਪਣਾ ਸਿੱਖਿਆ, ਰੱਬ ਦੇ ਗੁਣਾਂ ਵਾਲਾ ਸੌਦਾ ਸੁਭਾਅ ਸੋਚ ਦੇ ਉੱਪਰ ਲੱਦ ਲਿਆ, ਭਾਵ ਸੋਚ ਸੁਭਾਅ 'ਤੇ ਲਾਗੂ ਕਰ ਲਿਆ, ਪ੍ਰੈਕਟੀਕਲ ਜਿਉਣਾ ਸ਼ੁਰੂ ਕੀਤਾ। ਇਹ ਬੇਕਾਰਾਂ ਦਾ ਹਮਲਾ, ਬੇਕਾਰਾਂ ਦੇ ਰਸ ਦੇ ਨੇੜੇ ਨਹੀਂ ਆਉਂਦੇ, ਮਾਰਗ ਚੰਗਾ ਨਹੀਂ ਲੱਗਦਾ। ਜਮ ਜਾਗਾਤੀ ਨੇੜ ਨਾ ਆਇਆ। ਜਮ 5 ਬੇਕਾਰ ਨੇ, ਜਾਗਾਤੀ ਉਹਨਾਂ ਦੇ ਰਸ, ਉਹਨਾਂ ਦੀ ਖਿੱਚ ਹੈ। ਉਹ ਗੁਣਾਂ ਨੂੰ ਲੁੱਟ ਲੈਂਦੇ ਨੇ, ਫਿਰ ਉਹ ਨੇੜੇ ਨਹੀਂ ਆਉਂਦੇ, ਬਚ ਜਾਂਦਾ ਹੈ ਮਨ। ਹੋਰ ਬਣਜ ਕਰਾਂ ਵਾਪਾਰੀਏ, ਅਨੰਤ ਤਰੰਗੀ ਦੁੱਖ ਮਾਇਆ। ਬਾਕੀ ਜਿਹੜਾ ਹੋਰ ਦੁਨਿਆਵੀ ਵਪਾਰ ਕਰਦੇ ਨੇ, ਸਵਾਰਥੀ ਹੋ ਕੇ, ਲੋਭੀ ਹੋ ਕੇ, ਤ੍ਰਿਸ਼ਨਾ ਦੇ ਵਿੱਚ, ਉਹ ਅਨੰਤ ਤਰੰਗੀ, ਅਨੰਤ ਕਿਸਮਾਂ ਦੇ ਦੁੱਖਾਂ ਨੂੰ ਸਹੇੜ ਲੈਂਦੇ ਨੇ, ਅਤੇ ਉੱਧਰ ਖਿੱਚਿਆ ਰਹਿਣਾ ਹੀ ਸਭ ਤੋਂ ਵੱਡਾ ਦੁੱਖ ਹੈ, ਕਿਉਂਕਿ ਦੁੱਖ ਇੱਥੇ ਸਿੰਗੂਲਰ ਹੈ। ਰੱਬ ਦੇ ਰਸ ਦੀ ਬਜਾਏ, ਗੁਣਾਂ ਦੀ ਬਜਾਏ ਸਵਾਰਥੀ ਹੋ ਕੇ ਜਿਉਣਾ, ਉਲਝਣ ਤਾਣੀ 'ਚ ਫਸਣਾ, ਬਹੁਤ ਵੱਡਾ ਇਹ ਦੁੱਖ ਹੈ। ਇਹਨੂੰ ਮਾਇਆ ਦਾ ਦੁੱਖ ਕਹਿੰਦੇ ਨੇ। ਉਹ ਜੇ ਹੈ ਬਣਜ ਹਰ ਲਾਇਆ, ਫਲ ਤੇ ਹਾਤਿਨ ਪਾਇਆ। ਜਿਸ ਤਰ੍ਹਾਂ ਦਾ ਇਹ ਮਨ ਬਣਜ ਕਰਦਾ, ਉਸ ਤਰ੍ਹਾਂ ਦਾ ਫਲ ਪਾ ਲੈਂਦਾ। ਸਵਾਰਥੀ ਹੋ ਕੇ ਜਿਉਂਦਾ ਹੈ, ਦੁਨਿਆਵੀ ਧਨ ਪ੍ਰਾਪਰਟੀ ਤਾਂ ਬਣਾ ਲੈਂਦਾ ਹੈ, ਪਰ ਉਹਦੀ ਉਲਝਣ ਤਾਣੀ ਵਿੱਚ ਐਸਾ ਫਸਦਾ ਹੈ, ਸੁਖੀ ਨਹੀਂ ਹੋ ਸਕਦਾ। ਰੱਬੀ ਗੁਣਾਂ ਦਾ ਬਣਜ ਕਰਦਾ ਹੈ, ਪਰਉਪਕਾਰ ਦੀ ਬਿਰਤੀ ਹੈ, ਲਗਨ ਹੈ, ਇਹਦਾ ਵਪਾਰ ਕਰਦਾ ਹੈ, ਇਹਦਾ ਫਲ ਮਿਲਦਾ ਹੈ, ਅਡੋਲਤਾ ਮਿਲਦੀ, ਸਿਦਕ ਮਿਲਦਾ ਹੈ, ਅੰਦਰ ਆਨੰਦ ਬਣਦਾ ਹੈ, ਬਖਸ਼ਿਸ਼ ਮਿਲਦੀ ਹੈ, ਇੱਕ ਅਹਿਸਾਸ ਹੁੰਦਾ ਹੈ। ਜਿਸ ਤਰ੍ਹਾਂ ਦਾ ਬਣਜ ਕਰਦਾ, ਉਸ ਤਰ੍ਹਾਂ ਦਾ ਇਹ ਫਲ ਪਾ ਲੈਂਦਾ। ਹਰ ਹਰ ਬਣਜ ਸੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ। ਫਿਰ ਰੱਬ ਦੇ ਮਾਰਗ ਦਾ ਬਣਜ ਤਾਂ ਉਹੀ ਕਰਦੇ ਨੇ, ਉਹੀ ਵਪਾਰੀ ਬਣਦੇ ਨੇ, ਜਿਨ੍ਹਾਂ 'ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ। ਉਹਨਾਂ ਕੋਲ ਬਖਸ਼ਿਸ਼ ਹੁੰਦੀ ਹੈ, ਕਿਉਂਕਿ ਬਖਸ਼ਿਸ਼ ਤੋਂ ਬਿਨਾਂ ਇਸ ਮਾਰਗ 'ਤੇ ਹਰ ਕੋਈ ਨਹੀਂ ਤੁਰ ਸਕਦਾ। ਜਨ ਨਾਨਕ ਸ਼ਾਹ ਹਰ ਸੇਵਿਆ, ਫਿਰ ਲੇਖਾ ਮੂਲ ਨ ਲਈ। ਨਾਨਕ ਜੀ ਜੋ ਦਾਸ ਬਣ ਜਾਂਦੇ ਨੇ, ਉਹਨਾਂ ਨੂੰ ਆਪਣੇ ਮਾਲਕ ਵਾਹਿਗੁਰੂ ਜੀ ਦੀ ਸੇਵਾ ਕਰਨੀ ਆ ਗਈ। ਰੱਬੀ ਉਪਦੇਸ਼ ਮੰਨਣਾ, ਰੱਬੀ ਗਿਆਨ ਅਨੁਸਾਰ ਜੀਵਨ ਨੂੰ ਜਿਉਣਾ, ਰੱਬ ਦੇ ਨਿਯਮਾਂ ਨੂੰ ਫੋਲੋ ਕਰਨਾ, ਇਹਨੂੰ ਕਹਿ ਲਓ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸੋਚ ਸੁਭਾਅ ਉੱਤੇ ਪ੍ਰੈਕਟੀਕਲ ਰੂਪ ਵਿੱਚ ਲਾਗੂ ਕਰਕੇ ਜਿਉਣਾ। ਫਿਰ ਉਹਨਾਂ ਦੇ, ਕਿਉਂਕਿ ਮਨ ਭੁੱਲਣਹਾਰ ਹੈ, ਮਨ ਭੁੱਲਾਂ ਕਰਦਾ ਹੈ, ਫਿਰ ਇਹ ਨਹੀਂ ਦੇਖਿਆ ਜਾਂਦਾ ਕਿ ਇਸ ਸੱਜਣ ਠੱਗ ਨੇ ਕਿੰਨੀਆਂ ਭੁੱਲਾਂ ਕੀਤੀਆਂ ਨੇ, ਕਿੰਨੀਆਂ ਗਲਤੀਆਂ ਕੀਤੀਆਂ। ਨਹੀਂ, ਉਹ ਸੁਧਰ ਗਿਆ, ਅੱਗੇ ਮਾਰਗ 'ਤੇ ਤੋਰ ਦਿੱਤਾ। ਆਖੋ ਗੌੜੀ ਬੈਰਾਗਣ ਮਹੱਲਾ ਚੌਥਾ। ਗੌੜੀ ਬੈਰਾਗਣ ਕਿਸਮ ਹੈ, ਚੌਥੇ ਪਾਤਸ਼ਾਹ ਦਾ ਇਹ ਸ਼ਬਦ ਹੈ। ਜਿਉ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਜਨਨੀ ਮਾਤਾ,
ਆਪਣੇ ਗਰਭ ਦੇ ਵਿੱਚ, ਆਪਣੇ ਪੇਟ ਦੇ ਵਿੱਚ ਬੱਚੇ ਨੂੰ 9 ਮਹੀਨੇ ਪਾਲਦੀ ਹੈ। ਬੱਚਾ ਆਏਗਾ, ਪੁੱਤਰ ਆਏਗਾ, ਇੱਕ ਉਮੀਦ ਹੈ ਅੰਦਰ, ਵੱਡਾ ਹੋਏ ਧਨ ਖਾਟ ਦੇ, ਘਰ ਭੋਗ ਬਿਲਾਸਾ, ਵੱਡਾ ਹੋਏਗਾ, ਕਮਾਈ ਕਰੇਗਾ, ਇਸ ਕਮਾਈ ਦੇ ਨਾਲ ਮੈਨੂੰ ਸੁੱਖ ਦੇਵੇਗਾ। ਪਰ ਹਰ ਪੁੱਤਰ ਮਾਪਿਆਂ ਨੂੰ ਸੁੱਖ ਨਹੀਂ ਦਿੰਦਾ ਹੁੰਦਾ। ਉਹ ਉਮੀਦਾਂ ਕੱਚੀਆਂ ਨੇ। ਇੱਕ ਉਮੀਦ ਗੁਰਸਿੱਖ ਦੇ ਅੰਦਰ ਹੈ, ਉਹ ਪੱਕੀ ਉਮੀਦ ਹੈ। ਉਹ ਕਿਹੜੀ? ਤਿਉ ਹਰ ਜਨ ਪ੍ਰੀਤ ਹਰ ਰਾਖਦਾ, ਦੇ ਆਪ ਹਥਾਸਾ। ਰੱਬ ਦੇ ਪਿਆਰਿਆਂ ਦੇ ਅੰਦਰ ਇੱਕ ਪ੍ਰੀਤ ਹੈ, ਇੱਛਾ ਇਹੀ ਹੈ, ਅਰਦਾਸ ਇਹੀ ਹੈ, ਵਾਹਿਗੁਰੂ ਜੀ ਕੁਸੰਗ ਵਾਲੇ ਪਾਸੇ ਤੋਂ ਬਚਾ ਕੇ ਰੱਖੀ। ਤੇ ਵਿਸ਼ਵਾਸ ਹੈ ਵਾਹਿਗੁਰੂ ਜੀ ਹੱਥ ਦੇ ਕੇ ਰੱਖਦੇ ਨੇ, ਵਿਘਨ ਰੁਕਾਵਟ ਦੇ ਵਿੱਚ ਹੱਥ ਦੇ ਕੇ ਰੱਖਦੇ ਨੇ। ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੋਸਈਆਂ। ਅੰਦਰ ਅਰਦਾਸ ਹੈ, ਹੇ ਮੇਰੇ ਰਾਮ, ਹੇ ਵਾਹਿਗੁਰੂ ਜੀ, ਮੈਂ ਮੂਰਖ ਹਾਂ, ਨਾ ਸਮਝ ਹਾਂ, ਤੁਸੀਂ ਮੇਰੇ ਗੁਸਾਈ ਮਾਲਕ ਹੋ। ਮੈਨੂੰ ਹੱਥ ਦੇ ਕੇ ਹਮੇਸ਼ਾ ਬੁਰੀਆਂ ਆਦਤਾਂ ਤੋਂ ਰੱਖਣਾ, ਬੁਰੇ ਪਾਸੇ ਤੋਂ ਰੱਖਣਾ, ਵਿਘਨ ਰੁਕਾਵਟਾਂ ਦੇ ਵਿੱਚ ਵਾਹਿਗੁਰੂ ਜੀ ਤੁਸੀਂ ਆਪ ਹੀ ਲਗਨ ਸਿਦਕ ਬਣਾ ਕੇ ਰੱਖਣਾ, ਬਖਸ਼ੀ ਰੱਖਣਾ ਹੱਥ ਦੇ ਕੇ। ਜਨ ਕੀ ਉਪਮਾ ਤੁਝਹਿ ਵਡਈਆ ਰਹਾਓ। ਫਿਰ ਉਸ ਸੇਵਕ ਨੂੰ ਜੋ ਬਖਸ਼ਿਸ਼ ਮਿਲਦੀ ਹੈ, ਉਪਮਾ ਬਖਸ਼ਿਸ਼, ਤੁਝਹਿ ਵਡਈਆ, ਉਹ ਤੁਹਾਡੀ ਦਿੱਤੀ ਹੀ ਬਖਸ਼ਿਸ਼ ਹੁੰਦੀ ਹੈ। ਇਹ ਰਹਾਉ ਪਦਾ ਹੈ। ਮੰਦਰ ਘਰ ਆਨੰਦ ਹਰ, ਹਰ ਜਸ ਮਨ ਭਾਵੈ। ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਜਸ, ਵਾਹਿਗੁਰੂ ਜੀ ਦੇ ਗੁਣਾਂ ਦੀਆਂ, ਰੱਬੀ ਮਾਰਗ ਦੀਆਂ, ਰੱਬੀ ਉਪਦੇਸ਼, ਰੱਬੀ ਸੱਚੇ ਗਿਆਨ ਦੀਆਂ ਵਿਚਾਰਾਂ ਕਰਨੀਆਂ ਜਿਸ ਮਨ ਨੂੰ ਚੰਗੀਆਂ ਲੱਗਦੀਆਂ ਨੇ ਨਾ, ਉਹਨਾਂ ਦੇ ਸੁਭਾਅ ਰੂਪੀ ਘਰ ਵਿੱਚ, ਇਹ ਸੋਚ ਰੂਪੀ ਮੰਦਰ ਦੇ ਵਿੱਚ, ਮੰਦਰ ਤੇ ਘਰ ਦੋ ਸ਼ਬਦ ਵਰਤੇ ਨੇ, ਸੁਭਾਅ ਮੰਦਰ ਤੇ ਸੋਚ ਘਰ, ਇਹਦੇ ਵਿੱਚ ਆਨੰਦ ਹੀ ਆਨੰਦ ਹੁੰਦਾ ਹੈ, ਸੰਤੁਸ਼ਟੀ ਹੁੰਦੀ ਹੈ, ਇੱਕ ਫਖਰ ਹੁੰਦਾ ਹੈ। ਸਭ ਰਸ ਮੀਠੇ ਮੁਖ ਲੱਗਾ ਹੈ, ਜਾਂ ਹਰ ਗੁਣ ਗਾਵੈ। ਉਹਨਾਂ ਨੂੰ ਰੱਬੀ ਗੁਣਾਂ ਦੀ ਵਿਚਾਰਾਂ ਕਰਨੀਆਂ, ਰੱਬੀ ਮਾਰਗ ਦੀਆਂ ਵਿਚਾਰਾਂ ਉੱਪਰ ਕਿਹਾ ਸੀ, ਹਰ ਬੋਲੋ ਮੇਰੇ ਭਾਈ। ਉਹ ਗੁਰੂ ਦੇ ਮਾਰਗ ਦੀ ਡਿਸਕਸ਼ਨ, ਗੁਰੂ ਦੇ ਪਿਆਰ ਵਿੱਚ ਭਿੱਜ ਕੇ ਵਿਚਾਰਾਂ ਕਰਨੀਆਂ, ਗੁਰੂ ਦੇ ਉਪਦੇਸ਼ਾਂ ਦੀਆਂ, ਗੁਰੂ ਵਿਰਸੇ ਦੀਆਂ, ਇੰਨੀਆਂ ਮਿੱਠੀਆਂ ਲੱਗਦੀਆਂ, ਇਹਦੇ ਮੁਕਾਬਲੇ ਤੇ ਦੁਨੀਆ ਦਾ ਕੋਈ ਰਸ ਵੀ ਮਿੱਠਾ ਨਹੀਂ। ਸਭ ਰਸ ਮੀਠੇ ਮੁੱਕ ਲੱਗਾ, ਸਮਝ ਲਓ ਸਾਰੇ ਰਸ ਮਿਲ ਗਏ। ਹਰ ਜਨ ਪਰਿਵਾਰ ਸਧਾਰ ਹੈ, ਇੱਕੀ ਕੁੱਲੀ ਸਭ ਜਗਤ ਛਡਾਵੈ। ਜੋ ਸੇਵਕ ਬਣ ਜਾਂਦਾ ਨਾ ਰੱਬ ਦਾ, ਹਰ ਜਨ, ਉਹ ਆਪਣੇ ਗਿਆਨ ਇੰਦਰੀਆਂ ਦੇ ਪਰਿਵਾਰ ਨੂੰ ਸੁਧਾਰ ਲੈਂਦਾ ਹੈ। 21 ਕੁੱਲਾਂ ਇੱਦਾਂ ਸਮਝ 'ਚ ਨਹੀਂ ਆ ਰਹੀਆਂ ਕਿ ਉਹਦੀਆਂ ਅਗਲੀਆਂ ਕੁੱਲਾਂ ਵੀ ਤਰ ਜਾਂਦੀਆਂ। ਇੱਦਾਂ ਤੇ ਹੈ ਕਿ ਉਹਦੇ ਤੇ ਪੀੜ੍ਹੀ ਦਰ ਪੀੜ੍ਹੀ ਮਾਣ ਕੀਤਾ ਜਾਂਦਾ ਹੈ, ਪਰ ਉਂਝ ਲੱਗਦਾ ਹੈ ਇਹ ਮਨ ਦੀਆਂ ਕੁੱਲਾਂ ਅੰਦਰ ਭਾਵਨਾ, ਜਜ਼ਬਾ, ਲਗਨ, ਸਿਦਕ, ਵਿਸ਼ਵਾਸ, ਇਸ ਤਰ੍ਹਾਂ ਦੀਆਂ ਜੋ ਲੋੜਾਂ ਨੇ, ਉਹ ਇਹਦੀਆਂ ਕੁੱਲਾਂ ਨੇ, ਉਹ ਮੈਨੇਜ ਹੋ ਜਾਂਦੀਆਂ ਨੇ, ਤਰ ਜਾਂਦੀਆਂ ਨੇ। ਜੈਸਾ ਜੈਸਾ ਕਿਸੇ ਨੂੰ ਸਮਝ ਲੱਗੇ, ਉਹ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਇਹਨੂੰ ਲਾਗੂ ਕਰਕੇ ਜਿਉਂ ਲਵੇ। ਕੁਛ ਗੱਲਾਂ ਅਗਾਧ ਬੋਧ ਨੇ, ਜਿਹੜੀਆਂ ਇਮੈਜੀਨੇਸ਼ਨ ਹੁੰਦੀਆਂ ਨੇ, ਆਪਣੇ ਆਪਣੇ ਨਜ਼ਰੀਏ ਅਨੁਸਾਰ ਸਮਝ ਆਉਂਦੀ ਹੈ। ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਕਿਉਂਕਿ ਸਭ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਹੈ, ਇਸ ਲਈ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਸਭ ਕੁਝ ਹੋ ਰਿਹਾ ਹੈ। ਜੋ ਦਾਤਾਂ ਮਿਲਦੀਆਂ ਨੇ ਇਸ ਮਾਰਗ ਦੀਆਂ, ਉਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਵਡਿਆਈ ਮੀਨਸ ਬਖਸ਼ਿਸ਼। ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ। ਵਾਹਿਗੁਰੂ ਜੀ ਤੁਸੀਂ ਸਾਰੇ ਜੀਵਾਂ ਵਿੱਚ ਜੋਤ ਬਣ ਕੇ ਵਰਤਦੇ ਹੋ, ਗੁਣ ਸੋਝੀ ਬਣ ਕੇ ਵਰਤਦੇ ਹੋ, ਤੇ ਜਿਨ੍ਹਾਂ ਨੂੰ ਇਹ ਸੱਚੀ ਗੁਰਮਤਿ ਅਨੁਸਾਰ ਰੱਬ ਦੀ ਪੂਜਾ ਕਰਨੀ ਆ ਗਈ, ਉਹ ਤੁਸੀਂ ਹੀ ਕਰਵਾਉਂਦੇ ਹੋ। ਹਰ ਭਗਤ ਭੰਡਾਰ ਲਹਾਏਂਦਾ, ਆਪੇ ਵਰਤਾਈ। ਵਾਹਿਗੁਰੂ ਜੀ ਭਗਤੀ ਦੇ ਗੁਣਾਂ ਦੇ ਖਜ਼ਾਨੇ ਨੇ। ਵਾਹਿਗੁਰੂ ਜੀ ਦੀ ਜੋਤ ਸਾਡੇ ਅੰਦਰ ਹੈ, ਵਾਹਿਗੁਰੂ ਜੀ ਦਾ ਰੱਬੀ ਗਿਆਨ ਸਾਡੇ ਅੰਦਰੋਂ ਉਪਜਦਾ ਹੈ, ਵਾਹਿਗੁਰੂ ਜੀ ਦੇ ਗੁਣ ਸਾਡੇ ਅੰਦਰੋਂ ਉਪਜਦੇ ਨੇ ਜਦੋਂ ਗੁਰੂ ਦੇ ਉਪਦੇਸ਼ ਦੇ ਤੀਰ ਵੱਜਦੇ ਨੇ। ਇਹ ਸਭ ਵਾਹਿਗੁਰੂ ਜੀ ਆਪ ਹੀ ਵਰਤਾਉਂਦੇ ਨੇ, ਆਪੇ ਵਰਤਾਈ। ਆਪੇ ਹੀ ਉਹ ਜਿਹੜਾ ਭੰਡਾਰਾ ਹੈ ਬਖਸ਼ਿਸ਼ ਕਰ ਦਿੰਦੇ ਨੇ। ਲਾਲਾ ਹਾਟ ਬਿਆਜਿਆ, ਕਿਆ ਤਿਸ ਚਤੁਰਾਈ। ਕਿਵੇਂ ਲਾਲਾ? ਪੁਰਾਤਨ ਸਮਿਆਂ ਦੇ ਵਿੱਚ ਮੰਡੀ ਦੇ ਵਿੱਚ ਮਨੁੱਖਾਂ ਨੂੰ ਵੇਚਿਆ ਜਾਂਦਾ ਸੀ। ਕੋਈ ਆਪਣੇ ਪੁੱਤ ਨੂੰ ਵੇਚ ਦਿੰਦਾ ਗਰੀਬੀ ਦਾ ਮਾਰਿਆ, ਜਾਂ ਕਿਸੇ
ਰਾਜੇ ਜ਼ਰਬਾਨੇ ਦੇ ਡਰ ਵਿੱਚ ਉਹਨੂੰ ਵੇਚਿਆ ਜਾਂਦਾ ਸੀ। ਉਹਨੂੰ ਨੌਕਰ ਖਰੀਦ ਕੇ ਮਨੁੱਖ ਨੂੰ ਲਿਆਉਣਾ ਤੇ ਉਹ ਮਨੁੱਖ ਜਿਹੜਾ ਸੀ ਮਾਲਕ ਦੇ ਅੱਗੇ ਕੀ ਚਤਰਾਈ ਕਰੇਗਾ, ਕਿਉਂਕਿ ਖਰੀਦਿਆ ਹੋਇਆ। ਪੁਰਾਤਨ ਸਮੇਂ ਵਿੱਚ ਅਮਰੀਕਾ ਦੇ ਲੋਕਾਂ ਨੇ ਅਫਰੀਕਾ ਵਰਗੇ ਦੇਸ਼ਾਂ 'ਚੋਂ ਵੀ ਮਨੁੱਖ ਖਰੀਦ ਕੇ ਲਿਆਂਦੇ ਸੀ। ਉਹਨੂੰ ਲਾਲਾ ਕਹਿੰਦੇ ਨੇ। ਤੇ ਜਿਹੜਾ ਗੁਰਸਿੱਖ ਹੈ ਉਹ ਆਪਣੇ ਗੁਰੂ ਦੇ ਲਈ ਖਰੀਦਿਆ ਹੋਇਆ ਆਖੋ, ਤਾਂ ਆਪਣੇ ਰੱਬ ਦੇ ਅੱਗੇ, ਗੁਰੂ ਦੇ ਅੱਗੇ ਵਿਕ ਗਿਆ ਤੇ ਆਪਣੀ ਚਤਰਾਈ ਕੀ ਹੈ, ਸਭ ਵਾਹਿਗੁਰੂ ਜੀ ਕਰਵਾ ਰਹੇ ਨੇ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਉਵੇਂ ਮੰਨਣਾ, ਇਹ ਰਮਜ਼ ਹੈ। ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਘਾਸੀ ਕੋ ਹਰ ਨਾਮ ਕਢਾਈ। ਵਾਹਿਗੁਰੂ ਜੀ ਜਦੋਂ ਤੁਹਾਡੇ ਗੁਲਾਮ ਬਣ ਗਏ ਆ, ਗੁਰੂ ਸਾਹਿਬ ਤੁਹਾਡੇ ਗੁਲਾਮ ਬਣ ਗਏ ਆ, ਅਗਰ ਰਾਜ ਵੀ ਦੇ ਦੇਵੇਂ, ਕੋਈ ਜ਼ਿੰਮੇਵਾਰੀ, ਕੋਈ ਪਦਵੀ ਦੇ ਦੇਵੇਂ, ਤੇ ਤੇਰਾ ਗੁਲਾਮ ਹੀ ਮੰਨਣਾ ਹੈ ਆਪਣੇ ਆਪ ਨੂੰ। ਤੇ ਜਿਹੜੇ ਗਾਹਾਂ ਅੱਗੋਂ ਦੇ ਦਾਸ ਨੇ, ਘਾਸੀ ਨੇ, ਉਹਨਾਂ ਕੋਲ ਵੀ ਤੇਰਾ ਹੀ ਨਾਮ ਜਪਾਉਣਾ, ਤੇਰੀਆਂ ਹੀ ਗੱਲਾਂ ਕਰਨੀਆਂ, ਤੇਰੀ ਹੀ ਪ੍ਰੇਰਨਾ ਬਣਨੀ। ਐਸਾ ਸੀ ਸਿੱਖ ਦਾ ਵਿਰਸਾ। ਇਹਦੇ ਚੋਂ ਨਿਕਲਣੀ ਚਾਹੀਦੀ ਸੀ ਸਿੱਖ ਰਾਜਨੀਤੀ। ਫਿਰ ਧਰਮ ਉੱਪਰ ਰਹਿਣਾ ਸੀ, ਰਾਜਨੀਤੀ ਥੱਲੇ ਰਹਿਣੀ ਸੀ। ਆਖੋ ਵਾਹਿਗੁਰੂ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਦਾਸ ਨਾਨਕ ਜਦੋਂ ਹਰੀ ਦਾ ਦਾਸ ਬਣ ਗਿਆ, ਸਤਿਗੁਰੂ ਜੀ ਕਹਿੰਦੇ ਇਹ ਸਭ ਵਾਹਿਗੁਰੂ ਜੀ ਦੀ ਬਖਸ਼ਿਸ਼। ਇਸੇ ਤਰ੍ਹਾਂ ਅਸੀਂ ਵੀ ਵਾਹਿਗੁਰੂ ਜੀ ਨੂੰ ਸਮਰਪਿਤ ਹੋਣਾ ਹੈ। ਜੋ ਦਾਤਾਂ ਨੇ, ਜੋ ਪ੍ਰਾਪਤੀਆਂ ਨੇ, ਸਭ ਵਾਹਿਗੁਰੂ ਜੀ ਦੀਆਂ ਨੇ, ਗੁਰੂ ਦੀਆਂ ਨੇ। ਸਤਿਗੁਰੂ ਕਿਰਪਾ ਕਰਨ ਐਸੀ ਭਾਵਨਾ ਬਣੀ ਰਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਰੈ ਸੁਣ ਸ਼ਬਦ ਵਿਚਾਰਾ।